ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ। ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਹਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ। ਗੁਰ ਨਵਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਗੁਰ ਸੋਹ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹੱਲਾ ਪੰਜਵਾ। ਘਾਟ ਘਾਟ ਅੰਤਰ ਤੁਮਹਿ ਬਸਾਰੇ। ਸਗਲ ਸਮਗਰੀ ਸੂਤ ਤੁਮਾਰੇ। ਘਾਟ ਘਾਟ ਅੰਤਰ ਤੁਮਹਿ ਬਸਾਰੇ। ਸਗਲ ਸਮਗਰੀ ਸੂਤ ਤੁਮਾਰੇ। ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੇ। ਤੁਮ ਹੀ ਪੇਖ ਪੇਖ ਮਨ ਬਿਗਸਾਰੇ। ਰਹਾਉ ਅਨਕ ਜੋਨ ਭ੍ਰਮ 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 ਹਾਰੇ। ਓਟ ਗਹੀ ਅਬ ਸਾਧ ਸੰਗਾਰੇ। ਅਗਮ ਅਗੋਚਰ ਅਲਖ ਅਪਾਰੇ। ਨਾਨਕ ਸਿਮਰੈ ਦਿਨ ਰੈ ਨਾਰੇ। ਅਗਮ ਅਗੋਚਰ ਅਲਖ ਅਪਾਰੇ। ਨਾਨਕ ਸਿਮਰੈ ਦਿਨ ਰੈ ਨਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ। ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ। ਜੇ ਜੇ ਤੁਮਰੇ ਧਿਆਨ ਕੋ ਨੇਤ ਉਠ ਧਿਆਏ ਹੈ ਸੰਤ। ਅੰਤ ਲਹੈਂਗੇ ਮੁਕਤ ਫਲ ਪਾਵਹਿੰਗੇ ਭਗਵੰਤ। ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ। ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ। ਰਸ ਨਾ ਜਪੈ ਨਾ ਨਾਮ ਤਿਲ ਤਿਲ ਕਰ ਘਟੀਐ। ਹਰ ਹਾਂ ਜਬ ਬਿਸਰੈ ਗੋਬਿੰਦ ਰਾਏ। ਦਿਨੋਂ ਦਿਨ ਘਟੀਐ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਬਾਸ ਨ ਭਰਿਆ ਰੇ। ਸ੍ਰੀ ਸਤਿਗੁਰ ਹਰਿ ਕ੍ਰਿਸ਼ਨ ਜੀ ਦੇਹੁ ਗੁਰ ਮਤਿ ਉਪਜਾਏ। ਔਰ ਬੇਕਾਰ ਕੋ ਪਰ ਹਰ ਹੋ ਸਤਿਨਾਮ ਲਿਵ ਲਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਰਨ ਤੇਜ ਪਰ ਤ੍ਰਿਯ ਮੁਖ ਜੋ ਹੈ। ਸਰ ਅਪਸਰ ਨਾ ਪਛਾਣਿਆ। ਉਨਮਤ ਕਾਮ ਮਹਾ ਬਿਖ ਭੂਲੈ। ਪਾਪ ਪੁੰਨ ਨਾ ਪਛਾਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ। ਦੀਨ ਦੁਨੀਆ ਦੇ ਵਾਲੀ ਚਬਰ ਛਤਰ ਤਖਤ ਕੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਦੇ ਪਾਵਨ ਪਵਿੱਤਰ ਚਰਨਾਂ ਕਬਲਾਂ ਪਾਸ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ
ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਸਜੇ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹੋ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਸਤਿਗੁਰਾਂ ਦੀ ਅਪਾਰ ਦਇਆ ਸਦਕਾ ਅੰਮ੍ਰਿਤ ਵੇਲੇ ਸਾਹਿਬਾਂ ਦੇ ਦਰਸ਼ਨ ਪਰਸ ਰਹੇ ਹੋ। ਅੰਮ੍ਰਿਤ ਬਾਣੀ ਦੇ ਨਿਤਨੇਮ ਸਰਵਣ ਕੀਤੇ ਹਨ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਪਾਸ ਜੁੜ ਬੈਠੇ ਹੋ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਾਵਨ ਉਪਦੇਸ਼ ਸਰਵਣ ਕਰੀਏ। ਇਕਾਗਰ ਚਿਤ ਹੋਣ ਲਈ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਸਹਿਤ ਜਪਣਾ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਰਨ ਤੇਜ ਪਰ ਤ੍ਰਿਯ ਮੁਖ ਜੋ ਹੈ, ਸਰ ਅਪਸਰ ਨਾ ਪਛਾਣਿਆ। ਭਗਤ ਬੇਣੀ ਜੀ ਦਾ ਪਾਵਨ ਸ਼ਬਦ, ਰੇ ਨਰ ਗਰਭ ਕੁੰਡਲ ਜਬ ਆਸ਼ਤ, ਉਰਦ ਧਿਆਨ ਲਿਵ ਲਾਗਾ। ਮਿਰਤਕ ਪਿੰਡ ਪਦ ਮਦਨਾ, ਅਹਨਸ ਏਕ ਅਗਿਆਨ ਸੋ ਨਾਗਾ। ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਰਾਗ ਅੰਦਰ ਸੁਸ਼ੋਭਤ ਹੈ। ਸ਼ਬਦ ਦੇ ਦੋ ਬੰਦ ਆਪ ਜੀ ਨੇ ਸਰਵਣ ਕੀਤੇ ਸਨ। ਪੈਰਿਆਂ ਦੇ ਰੂਪ ਵਿੱਚ ਭਗਤ ਜੀ ਨੇ ਸ਼ਬਦ ਉਚਾਰਿਆ। ਮਨੁੱਖ ਦੇ ਜੀਵਨ ਦੇ ਜਨਮ ਤੋਂ ਲੈ ਕੇ ਅੰਤ ਤਾਈਂ ਜੋ ਹਾਲਾਤ ਨੇ, ਚਾਰ ਹਿੱਸਿਆਂ ਵਿੱਚ ਭਗਤ ਬੇਣੀ ਜੀ ਨੇ ਉਚਾਰਨ ਕੀਤੇ ਨੇ। ਬਚਪਨ ਦੀ ਅਵਸਥਾ ਵਿੱਚ ਸੌਣ ਖੇਡਣ ਦਾ ਚਾਅ ਹੁੰਦਾ ਹੈ। ਜਵਾਨੀ ਦੀ ਅਵਸਥਾ ਆਉਣ ਲੱਗਦੀ ਹੈ। ਪਦਾਰਥਾਂ ਦੇ ਰਸ ਕਸ ਦੀ ਚਿਤਵਣੀ ਅੰਦਰ ਚੱਲ ਪੈਂਦੀ ਹੈ। ਉਛਲਿਆ ਕਾਮ ਕਾਲ ਮਤ ਲਾਗੀ, ਅੰਦਰ ਕਾਮ ਉਛਾਲੇ ਮਾਰਦਾ, ਬੁੱਧੀ ਕਾਲੀ ਹੁੰਦੀ ਹੈ। ਜਿਤਨਾ ਜ਼ਿਆਦਾ ਅੰਦਰ ਕਾਮ ਦਾ ਵੇਗ ਵੱਧਦਾ ਹੈ, ਉਹਦੇ ਪ੍ਰਤਾਪ ਦੇ ਨਾਲ ਤਰਨ ਤੇਜ, ਜਵਾਨੀ ਦਾ ਜਿਹੜਾ ਤੇਜ ਹੁੰਦਾ, ਪਰ ਤ੍ਰਿਆ ਮੁਖ ਜੋ ਹੈ, ਪਰਾਈ ਇਸਤਰੀ ਦਾ ਮੁਖ ਤੱਕਦਾ ਹੈ। ਸਾਹਿਬਾਂ ਦਾ ਬਾਣੀ ਵਿੱਚ ਕਥਨ ਹੈ, ਕਾਮੈ ਰੂਪੈ ਦੋਸਤੀ, ਭੁੱਖੈ ਸਾਧੈ ਗੰਢ। ਜਦੋਂ ਮਨੁੱਖ ਦੇ ਅੰਦਰ ਭੁੱਖ ਹੈ, ਫਿਰ ਇਹਦਾ ਸਵਾਦ ਦੇ ਨਾਲ ਬੜਾ ਗਹਿਰਾ ਸੰਬੰਧ ਹੁੰਦਾ ਹੈ। ਭੁੱਖ ਲੱਗੀ ਹੋਵੇ ਤੇ ਕਈ ਦਫਾ ਉਹ ਵਸਤੂ, ਉਹ ਭੋਜਨ ਵੀ ਚੰਗਾ ਲੱਗਦਾ ਹੈ ਜਿਹਨੂੰ ਖਾਣਾ ਪਸੰਦ ਨਹੀਂ ਕਰਦਾ। ਬਿਨਾਂ ਭੁੱਖ ਤੋਂ ਰਸ ਨਹੀਂ ਹੁੰਦਾ। ਰਸ ਭੁੱਖ ਦੇ ਨਾਲ ਹੀ ਬਣਦਾ। ਜਿਸ ਚੀਜ਼ ਦੀ ਭੁੱਖ ਹੋਵੇ, ਰਸ ਉਸੇ ਦਾ ਹੀ ਬਣੇਗਾ। ਪੇਟ ਵਿੱਚ ਭੁੱਖ ਨਾ ਹੋਵੇ ਤੇ ਕਈ ਵਾਰੀ ਮੂਹਰੇ ਪਏ 36 ਪ੍ਰਕਾਰ ਦੇ ਜਿਹੜੇ ਪਕਵਾਨ ਹੁੰਦੇ ਨੇ, ਉਹ ਪਕਵਾਨ ਵੀ ਮਨੁੱਖ ਨੂੰ ਭਾਉਂਦੇ ਨਹੀਂ, ਚੰਗੇ ਨਹੀਂ ਲੱਗਦੇ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਦੋਂ ਅੰਦਰ ਕਾਮਨਾ ਵੱਧਦੀ ਹੈ, ਚਿਤਵਣੀਆਂ ਵੱਧਦੀਆਂ ਨੇ, ਫਿਰ ਉਹਦਾ ਸੰਬੰਧ ਰੂਪ ਨਾਲ ਹੁੰਦਾ ਹੈ। ਫਿਰ ਰੂਪ ਤੱਕਦਾ ਹੈ, ਪਰਾਇਆ ਚਿਹਰਾ ਵੇਖਦਾ, ਪਰਾਇਆ ਮੁਖ ਵੇਖਦਾ। ਕਿਉਂਕਿ ਭੁੱਖ ਹੈ ਤਾਂ ਹੀ ਰਸ ਹੈ। ਜੇ ਭੁੱਖ ਨਹੀਂ ਤੇ ਰਸ ਵੀ ਕੋਈ ਨਹੀਂ, ਇੱਛਾ ਵੀ ਕੋਈ ਨਹੀਂ। ਅੰਦਰ ਜਦੋਂ ਕਾਮ ਦਾ ਵੇਗ ਵੱਧਦਾ, ਸਰੀਰ ਵਿੱਚ ਕਾਮ ਦੇ ਵੇਗ ਵਧਣ ਦਾ ਕਾਰਨ ਸਰੀਰ ਦਾ ਬਲ ਹੈ। ਜਵਾਨੀ ਵਿੱਚ ਸਰੀਰ ਦਾ ਬਲ ਵੱਧਦਾ, ਤਾਕਤ ਵੱਧਦੀ ਹੈ। ਫਿਰ ਉਛਲਿਆ ਕਾਮ ਕਾਲ ਮਤ ਲਾਗੀ, ਫਿਰ ਵਿਕਾਰ ਅੰਦਰ ਉਛਾਲੇ ਮਾਰਦੇ ਨੇ।
ਮਨੁੱਖ ਦਾ ਜਿਹੜਾ ਜੀਵਨ ਹੈ, ਜੇ ਵੇਖਿਆ ਜਾਏ, ਭਾਵੇਂ ਇਹ ਵਿਸ਼ਾ ਜਦੋਂ ਇਹਨੂੰ ਖੋਲ੍ਹਣ ਲੱਗੀਏ ਮਨੁੱਖ ਸ਼ਰਮ ਮਹਿਸੂਸ ਕਰਦਾ ਹੈ, ਪਰ ਜਦੋਂ ਆਪਾਂ ਲੋਭ ਦੀ ਗੱਲ ਕਰਦੇ ਹਾਂ ਉਦੋਂ ਸ਼ਰਮ ਮਹਿਸੂਸ ਨਹੀਂ ਕਰਦੇ। ਹੰਕਾਰ ਦੀ ਗੱਲ ਕਰਦੇ ਹਾਂ, ਕ੍ਰੋਧ ਦੀ ਗੱਲ ਕਰਦੇ ਹਾਂ, ਮੋਹ ਦੀ ਗੱਲ ਕਰਦੇ ਹਾਂ, ਪਰ ਇਹ ਵਿਸ਼ਾ ਸਮਾਜ ਅੰਦਰ ਇੱਦਾਂ ਦਾ ਹੈ, ਇਹਨੂੰ ਛੂਹਣ ਵੇਲੇ ਬੰਦਾ 10 ਵਾਰੀ ਸੋਚਦਾ। ਪਰ ਸੱਚਾਈ ਤਾਂ ਇਹ ਹੈ ਵੀ ਇਸੇ ਹੀ ਵਾਸ਼ਨਾ ਦੇ ਵਿੱਚੋਂ ਮਨੁੱਖ ਦਾ ਜਨਮ ਹੋਇਆ। ਸ਼ਾਸਤਰ ਕਹਿੰਦੇ ਮਾਤਾ ਪਿਤਾ ਦੀ ਵਾਸ਼ਨਾ ਦੇ ਵਿੱਚੋਂ ਬੱਚੇ ਦਾ ਜਨਮ ਹੁੰਦਾ। ਬੱਚੇ ਦੀ ਵਾਸ਼ਨਾ ਜਦੋਂ ਮਾਤਾ ਪਿਤਾ ਦੇ ਰੂਪ ਵਿੱਚ ਆਉਂਦਾ, ਉਹਦੀ ਵਾਸ਼ਨਾ ਦੇ ਵਿੱਚੋਂ ਅੱਗੇ ਫਿਰ ਸੰਤਾਨ ਦਾ ਜਨਮ ਹੁੰਦਾ ਹੈ। ਮਨੁੱਖ ਦਾ ਜਨਮ ਹੀ ਇਸੇ ਵਾਸ਼ਨਾ ਵਿੱਚੋਂ ਹੋਇਆ। ਕੁਦਰਤ ਚਾਹੁੰਦੀ ਹੈ ਵੀ ਇਹ ਵਾਸ਼ਨਾ ਰਹੇ, ਕਿਉਂਕਿ ਪ੍ਰਕਿਰਤੀ ਦੇ ਅੰਦਰ ਪ੍ਰਕਿਰਤੀ ਨੇ ਜੋ ਗੇੜ ਬਣਾਇਆ ਹੋਇਆ ਜਨਮ ਤੇ ਮਰਨ ਦਾ, ਉਹ ਗੇੜ ਜਿਹੜਾ ਜਨਮ ਦਾ ਇਸੇ ਵਿੱਚੋਂ ਹੀ ਪੈਦਾ ਹੁੰਦਾ ਹੈ। ਵਾਸ਼ਨਾ ਤੋਂ ਬਿਨਾਂ ਜਨਮ ਨਹੀਂ, ਜਨਮ ਇਸ ਵਾਸ਼ਨਾ ਦੇ ਨਾਲ ਹੀ ਹੋ ਰਿਹਾ। ਤਾਂ ਸੁਭਾਵਿਕ ਹੈ ਜਿਸ ਵਾਸ਼ਨਾ ਵਿੱਚੋਂ ਮਨੁੱਖ ਦਾ ਜਨਮ ਹੋਇਆ, ਉਹ ਵਾਸ਼ਨਾ ਇਹਦੇ ਸਰੀਰ ਵਿੱਚ ਰਹੇਗੀ। ਪਰ ਕੁਦਰਤ ਨੇ ਉਹਦੀ ਇੱਕ ਮਰਿਆਦਾ, ਇੱਕ ਸੀਮਾ ਬਣਾਈ ਹੋਈ ਹੈ। ਬਿਨਾਂ ਸੀਮਾ ਤੋਂ ਖਾਧਾ ਹੋਇਆ ਭੋਜਨ ਵੀ ਮਨੁੱਖ ਲਈ ਜ਼ਹਿਰ ਬਣ ਜਾਂਦਾ ਹੈ। ਸੀਮਾ ਤੋਂ ਵਧਿਆ ਹੋਇਆ ਹੰਕਾਰ ਵੀ ਜ਼ਹਿਰ ਹੈ। ਸੀਮਾ ਤੋਂ ਵਧਿਆ ਹੋਇਆ ਕਾਮ ਵੀ ਜਿਹੜਾ ਮਨੁੱਖ ਲਈ ਜ਼ਹਿਰ ਹੀ ਹੁੰਦਾ ਹੈ। ਮਹਾਰਾਜ ਨੇ ਇਸੇ ਕਰਕੇ ਬਾਣੀ ਵਿੱਚ ਕਹਿ ਦਿੱਤਾ, ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪ੍ਰਭਾਵਣ ਹੈ। ਇਹ ਵਿਕਾਰ ਹੀ ਇੱਦਾਂ ਦਾ ਕਾਮ, ਪਾਤਸ਼ਾਹ ਕਹਿੰਦੇ ਬੰਦੇ ਦੀ ਬੁੱਧੀ ਭ੍ਰਸ਼ਟ ਕਰ ਦਿੰਦਾ, ਜਿਸ ਕਰਕੇ ਜੂਨਾਂ ਦੇ ਵਿੱਚ ਭਰਮਦਾ ਰਹਿੰਦਾ। ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪ੍ਰਭਾਵਣ ਹੈ। ਬੰਦੇ ਦੀ ਬੁੱਧੀ ਜਦੋਂ ਭ੍ਰਸ਼ਟ ਹੁੰਦੀ ਹੈ, ਵਿਕਾਰੀ ਬਣਦਾ, ਬੁਰੇ ਕਰਮ ਕਰਦਾ ਹੈ, ਤੇ ਬੁਰੇ ਕਰਮ ਦੀ ਫਿਰ ਸਜ਼ਾ ਵੀ ਤਾਂ ਬੁਰੀ ਹੈ ਨਾ। ਇਸ ਵਾਸਤੇ ਇਹ ਸਰੀਰ ਜਿਹੜਾ, ਇਹਦੇ ਅੰਦਰ ਇਸ ਵਿਕਾਰ ਦਾ ਰਹਿਣਾ ਸੁਭਾਵਿਕ ਹੈ, ਕਿਉਂਕਿ ਇਹਦੀ ਉਤਪਤੀ ਉੱਥੋਂ ਹੈ। ਫਿਰ ਮਹਾਂਪੁਰਖ ਕਹਿੰਦੇ ਨੇ ਸਰੀਰ ਬਣਿਆ ਪਾਣੀ ਤੋਂ ਹੈ। ਮਾਂ ਕੀ ਰਕਤ ਪਿਤਾ ਬਿੰਦ ਤਾਰਾ। ਸਰੀਰ ਪਾਣੀ ਵਿੱਚੋਂ ਬਣਿਆ, ਸਰੀਰ ਵਿੱਚ ਪਾਣੀ ਰਹਿੰਦਾ। ਸਾਡੇ ਸਰੀਰ ਵਿੱਚ ਬਹੁਤ ਵੱਡਾ ਹਿੱਸਾ ਪਾਣੀ ਦਾ ਹੈ। ਫਿਰ ਉਸੇ ਹੀ ਪਾਣੀ ਤੋਂ ਬਿਨਾਂ ਜੀ ਨਹੀਂ ਸਕਦੇ। ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਇ। ਇਹ ਪਾਣੀ ਜਿਹੜਾ ਸਾਰੇ ਮਨੁੱਖਾਂ ਦੇ ਜੀਵਨ ਦਾ ਆਧਾਰ, ਜੀਵਨ ਦਾ ਆਸਰਾ ਹੈ। ਵੇਖੋ ਕੁਦਰਤ ਦੀ ਕੈਸੀ ਖੇਡ ਹੈ। ਭੋਜਨ ਤੋਂ ਬਿਨਾਂ ਤਾਂ ਬੰਦਾ ਸਮਾਂ ਕੱਢ ਸਕਦਾ ਹੈ, ਪਰ ਪਾਣੀ ਤੋਂ ਬਿਨਾਂ ਸਮਾਂ ਨਹੀਂ ਕੱਢ ਸਕਦਾ। ਔਰ ਉਸੇ ਹੀ ਪਾਣੀ ਦਾ ਰੂਪ ਜਿਹੜਾ ਲਹੂ ਹੈ, ਉਹ ਮਨੁੱਖ ਦੇ ਸਰੀਰ ਦੇ ਵਿੱਚ ਵਿਚਰਦਾ ਹੈ। ਲਹੂ ਫਿਰਦਾ ਸਰੀਰ ਅੰਦਰ, ਤੇ ਸਰੀਰ ਕਿਰਿਆ ਕਰ ਰਿਹਾ ਮਨੁੱਖ ਦਾ, ਉਹਦੇ ਆਸਰੇ ਸਰੀਰ ਚੱਲ ਰਿਹਾ। ਜਿਹੜੇ ਪ੍ਰਾਣ ਨੇ, ਪ੍ਰਾਣਾਂ ਕਰਕੇ ਹੀ ਸਾਡਾ ਦਿਲ ਪੰਪ ਕਰਦਾ ਹੈ, ਤੇ ਦਿਲ ਪੰਪ ਕਰਦਾ ਉਹ ਸਾਰੇ ਬਲੱਡ ਨੂੰ ਸਰੀਰ ਦੇ ਵਿੱਚ ਘੁਮਾਉਂਦਾ ਹੈ। ਜਿਸ ਸਰੀਰ ਦੇ ਹਿੱਸੇ ਦੇ ਵਿੱਚ ਲਹੂ ਨਹੀਂ ਜਾਂਦਾ, ਉਹ ਸਰੀਰ ਦਾ ਹਿੱਸਾ ਕੰਮ ਕਰਨੋਂ ਬੰਦ ਕਰ ਦਿੰਦਾ ਹੈ। ਕੁਦਰਤ ਨੇ ਪੈਦਾ ਵੀ ਇਹਦੇ ਵਿੱਚੋਂ ਕੀਤਾ ਹੈ, ਔਰ ਸਾਰੀ ਜ਼ਿੰਦਗੀ ਰਹਿੰਦਾ ਵੀ ਇਸੇ ਵਿੱਚ ਹੈ। ਪਰ ਇਹ ਵਾਸ਼ਨਾ ਜਿਹੜੀ ਕਾਮ ਵਾਸ਼ਨਾ ਹੈ, ਇਹਦੇ ਵਿੱਚੋਂ ਹੀ ਜਨਮ ਹੋਇਆ। ਮਾਤਾ ਪਿਤਾ ਦੀ ਵਾਸ਼ਨਾ ਵਿੱਚੋਂ ਪੁੱਤਰ ਦਾ ਜਨਮ ਹੁੰਦਾ ਹੈ, ਪੁੱਤਰ ਦੀ ਵਾਸ਼ਨਾ ਵਿੱਚੋਂ ਪੋਤਰੇ ਦਾ ਜਨਮ ਹੁੰਦਾ ਹੈ। ਸੰਸਾਰ ਵਿੱਚ ਸੰਤਾਨ ਇਸੇ ਤਰ੍ਹਾਂ ਚੱਲਦੀ ਹੈ। ਵਿਕਾਰ ਰਹੇਗਾ, ਵਾਸ਼ਨਾ ਰਹੇਗੀ, ਤੇ ਸਮਾਜ ਚੱਲੇਗਾ। ਪਰ ਜਦੋਂ ਇਹੀ ਵਾਸ਼ਨਾ ਆਪਣੀ ਸੀਮਾ ਪਾਰ ਕਰ ਜਾਏ, ਅਸੀਮ ਹੋ ਜਾਏ, ਇਹ ਸਮਾਜ ਲਈ ਫਿਰ ਘਾਤਕ ਹੋ ਜਾਂਦੀ, ਮਨੁੱਖ ਦੇ ਆਪਣੇ ਲਈ ਵੀ ਤੇ ਦੂਜਿਆਂ ਲਈ ਵੀ। ਸੱਪ ਦਾ ਸੁਭਾਅ ਕੀ ਹੈ ਜੀ? ਸੱਪ ਆਪਣੇ ਆਪ ਨੂੰ ਨਹੀਂ ਡਸਦਾ ਕਦੇ, ਸੱਪ ਦੂਜੇ ਨੂੰ ਡਸਦਾ ਹੈ। ਸੀਮਾ ਤੋਂ ਵਧਿਆ ਹੋਇਆ ਕਾਮ ਜਿਹੜਾ ਹਮੇਸ਼ਾ ਦੂਜੇ ਨੂੰ ਡਸਦਾ ਹੈ, ਦੂਜੇ ਦਾ ਨੁਕਸਾਨ ਕਰਦਾ। ਸਾਰੀਆਂ ਮਰਜ਼ਾਦਾਵਾਂ ਨੂੰ ਇਹ ਪਾਰ ਕਰ ਜਾਂਦਾ।
ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਥ ਨੂੰ ਸਮਝਾਉਣ ਵਾਸਤੇ ਆਪਣੀ ਬਾਣੀ ਵਿੱਚ 405 ਚਰਿੱਤਰ ਜਿਹੜੇ ਨੇ ਉਹ ਉਚਾਰਨ ਕੀਤੇ ਨੇ। ਰੋਜ਼ ਚੌਪਈ ਸਾਹਿਬ ਦਾ ਪਾਠ ਕਰਦੇ ਹਾਂ ਜੀ, 405 ਚਰਿੱਤਰ ਸਮਾਪਤ। ਇਹ 405 ਨੰਬਰ ਸਮਾਪਤੀ ਵਾਲਾ ਚਰਿੱਤਰ ਹੈ। ਦਸਮ ਗ੍ਰੰਥ ਦੀ ਬਾਣੀ ਦੇ ਅਖੀਰ ਵਿੱਚ ਜਿਹੜਾ 405 ਨੰਬਰ ਚਰਿੱਤਰ ਲਿਖਿਆ ਹੈ, ਉਹਦੇ ਵਿੱਚ ਸ੍ਰੀ ਚੌਪਈ ਸਾਹਿਬ ਦਾ ਪਾਠ ਆਉਂਦਾ, ਜਫਰਨਾਮੇ ਤੋਂ ਪਹਿਲਾਂ। ਇੱਥੇ ਚਰਿੱਤਰ ਸਮਾਪਤ ਹੁੰਦੇ ਨੇ। ਇਹਨਾਂ ਨੂੰ ਲਿਖਣ ਦਾ ਭਾਵ ਇਹੀ ਸੀਗਾ ਕਿ ਮਨੁੱਖ ਇਹਨਾਂ ਵਾਸ਼ਨਾਵਾਂ ਤੋਂ ਪਰੇ ਰਹੇ, ਇਹਨੂੰ ਸੀਮਾ ਵਿੱਚ ਤੇ ਮਰਿਆਦਾ ਵਿੱਚ ਰੱਖੇ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਜਦੋਂ ਇਹ ਵਿਕਾਰ ਅੰਦਰ ਵੱਧਦਾ ਹੈ, ਹਮੇਸ਼ਾ ਇਸ ਵਿਕਾਰ ਦਾ ਸੰਬੰਧ ਰੂਪ ਦੇ ਨਾਲ ਹੁੰਦਾ। ਕੰਮ ਹੈ, ਰੂਪ ਹੈ, ਦੋਸਤੀ, ਭੁੱਖ ਹੈ, ਸਾਧ ਹੈ, ਗੰਢ। ਸੁਭਾਵਕ ਹੈ ਵੀ ਪਰਾਇਆ ਰੂਪ ਵੇਖੇਗਾ, ਦੂਜੇ ਦੇ ਸਰੂਪ ਨੂੰ ਵੇਖੇਗਾ। ਇੱਕ ਸ਼ਾਇਰ ਨੇ ਬੜਾ ਸੋਹਣਾ ਬਚਨ ਲਿਖਿਆ, ਕਹਿੰਦੇ ਦੀਵਾਰ ਦੇ ਉੱਪਰ ਜੇ ਕਦੇ ਫੁੱਲ ਬਣਾ ਦਿੱਤਾ ਜਾਵੇ, ਬੁਲਬੁਲ ਕਦੇ ਆ ਕੇ ਨਗਮੇ ਨਹੀਂ ਗਾਉਂਦੀ। ਉਹਦਾ ਕਾਰਨ ਕਿਉਂਕਿ ਉਹਨੂੰ ਵਾਸਤਵਿਕ ਵਿੱਚ, ਅਸਲ ਵਿੱਚ ਫੁੱਲ ਚਾਹੀਦਾ ਹੁੰਦਾ ਹੈ। ਤੁਸੀਂ ਚਿੱਤਰ ਬਣਾ ਦਿਓ ਫੁੱਲ ਦਾ, ਬੁਲਬੁਲ ਕਦੇ ਆ ਕੇ ਨਗਮਾ ਨਹੀਂ ਗਾਏਗੀ ਉੱਥੇ। ਕਹਿੰਦੇ ਪਰ ਮਨੁੱਖ ਦੀ ਹਾਲਤ ਪਤਾ ਕੈਸੀ ਹੈ, ਇਹ ਕੋਈ ਚਿੱਤਰ ਵੀ ਵੇਖ ਲਏਗਾ ਨਾ, ਇਹਦੀ ਵਾਸ਼ਨਾ ਆਪਣੀ ਸੀਮਾ ਛੱਡ ਜਾਏਗੀ। ਇਹ ਚਿੱਤਰ ਵੀ ਵੇਖ ਲੈਂਦਾ ਨਾ, ਚਿੱਤਰ ਨੂੰ ਵੇਖ ਕੇ ਫੋਟੋ ਨੂੰ ਵੀ ਵੇਖ ਲੈਂਦਾ, ਇਹਦੀ ਵਾਸ਼ਨਾ ਆਪਣੀ ਸੀਮਾ ਛੱਡ ਜਾਂਦੀ ਹੈ, ਅਸੀਮ ਹੋ ਜਾਂਦੀ ਹੈ। ਵੇਖੋ ਕੈਸੀ ਮਨੁੱਖ ਦੀ ਬਿਰਤੀ ਹੈ। ਅੱਜ ਸਮਾਜ ਦੇ ਅੰਦਰ ਜੋ ਕੁਝ ਵੀ ਪਰੋਸਿਆ ਜਾ ਰਿਹਾ ਹੈ, ਉਹ ਬਸ ਇਸੇ ਰੂਪ ਦੇ ਵਿੱਚ ਹੀ ਪਰੋਸਿਆ ਜਾ ਰਿਹਾ। ਚਾਹੇ ਗਾਉਣ ਵਾਲੇ ਹੋਵਣ, ਚਾਹੇ ਟੀਵੀ ਦੇ ਉੱਪਰ ਫਿਲਮਾਉਣ ਵਾਲੇ ਹੋਵਣ, ਕੀ ਵਿਖਾ ਰਹੇ ਨੇ? ਕੇਵਲ ਤਾਂ ਕੇਵਲ ਮਨੁੱਖ ਨੂੰ ਵਾਸ਼ਨਾਵਾਂ ਹੀ ਵਿਖਾ ਰਹੇ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਬਚਨ ਕਿਹਾ ਸੀ, ਕਲਯੁਗ ਦੇ ਸਮੇਂ ਵਿੱਚ ਮਨੁੱਖ ਨੂੰ ਜਾਂ ਤਾਂ ਵਿਕਾਰ ਭੋਗਣ ਦਾ ਰਸ ਹੋਵੇਗਾ ਜਾਂ ਇਹਨੂੰ ਖਾਣ ਦਾ ਰਸ ਹੋਵੇਗਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਰਨ ਤੇਜ ਪਰ ਤ੍ਰਿਆ ਮੁਖ ਜੋਹ ਹੈ। ਜਦੋਂ ਤਰਨ ਜਵਾਨੀ ਦਾ ਤੇਜ ਅੰਦਰ ਵੱਧਦਾ ਨਾ, ਬਲ ਵੱਧਦਾ, ਫਿਰ ਪਰਾਈ ਇਸਤਰੀ ਦਾ ਮੂੰਹ ਵੇਖਦਾ ਹੈ। ਸਰ ਅਪ ਸਰ ਨਾ ਪਛਾੜਿਆ, ਸਰ ਚੰਗਾ ਕੀ ਹੈ, ਆਪ ਸਰ ਮਾੜਾ ਕੀ ਹੈ, ਫਿਰ ਉਹਦੀ ਪਛਾਣ ਨਹੀਂ ਕਰਦਾ, ਕਿਉਂਕਿ ਬੁੱਧੀ ਭ੍ਰਸ਼ਟ ਹੋ ਜਾਂਦੀ ਹੈ ਨਾ ਇਸ ਵਿਕਾਰ ਦੇ ਨਾਲ। ਚੰਗੇ ਤੇ ਮੰਦੇ ਨੂੰ ਕਦੇ ਵੀ ਵਿਚਾਰਦਾ ਨਹੀਂ, ਬੁੱਧੀ ਕਾਲੀ ਹੋ ਜਾਂਦੀ ਹੈ। ਪਿਛਲੀ ਪੰਕਤੀ ਵਿੱਚ ਜੋ ਭਗਤ ਜੀ ਨੇ ਬਚਨ ਉਚਾਰਿਆ, ਉਛਲਿਆ ਕਾਮ ਕਾਲ ਮਤ ਲਾਗੀ, ਮਤ ਕਾਲੀ ਹੋ ਜਾਂਦੀ ਹੈ, ਬੁੱਧੀ ਭ੍ਰਸ਼ਟ ਹੋ ਜਾਂਦੀ ਹੈ। ਸਹੀ ਕੀ ਹੈ, ਮਾੜਾ ਕੀ ਹੈ, ਚੰਗਾ ਕੀ ਹੈ, ਬੁਰਾ ਕੀ ਹੈ, ਉਹਦੀ ਪਛਾਣ ਨਹੀਂ ਕਰਦਾ। ਸਰਪ ਸਰ ਕੀ ਸਾਰ ਨਾ ਜਾਣੈ, ਫਿਰ ਫਿਰ ਕੀਚ ਬੁੜਾਹੀ, ਬਾਰ ਬਾਰ ਇਸੇ ਚਿੱਕੜ ਦੇ ਵਿੱਚ ਡੁੱਬਦਾ ਜਾਂਦਾ ਹੈ। ਉਨਮਤ ਕਾਮ ਮਹਾ ਬਿਖ ਭੂਲੈ, ਪਾਪ ਪੁੰਨ ਨਾ ਪਛਾਨਿਆ। ਪਾਤਸ਼ਾਹ ਜੀ ਕਹਿੰਦੇ ਫਿਰ ਕਾਮ ਦੇ ਵਿੱਚ ਉਨਮਤ ਮਗਨ ਰਹਿੰਦਾ। ਉਨਮਤ ਦਾ ਭਾਵ ਮਸਤ ਰਹਿਣਾ, ਅੱਠੇ ਪਹਿਰ ਹੀ ਉਹਦੇ ਵਿੱਚ ਹੀ ਮਸਤ ਰਹਿੰਦਾ ਹੈ। ਜਿਵੇਂ ਪਟਿਆਲੇ ਦੇ ਰਾਜੇ ਹੋਏ ਨੇ, ਪਤਾ ਨਹੀਂ ਉਹਨਾਂ ਨੇ ਕਿੰਨੀਆਂ ਕਿੰਨੀਆਂ ਰਾਣੀਆਂ ਰੱਖੀਆਂ। ਹੈਦਰਾਬਾਦ ਦਾ ਨਿਜ਼ਾਮ 600 ਰਾਣੀਆਂ ਰੱਖੀ ਬੈਠਾ ਸੀ। ਜੇ ਵੇਖਿਆ ਜਾਏ ਹਰ ਵਕਤ ਸੁਰਤ ਰਹਿਣੀ ਇਸੇ ਪਾਸੇ ਹੈ ਨਾ। ਮਾਇਆ ਦਾ ਪਦਾਰਥ ਦਾ ਨਸ਼ਾ ਜਿਹੜਾ ਉਹ ਬੰਦੇ ਨੂੰ ਇਹਨਾਂ ਕੰਮਾਂ ਵੱਲ ਪ੍ਰੇਰਦਾ। ਅੱਜ ਤਾਈਂ ਵੇਖਿਆ ਵੀ ਹੈ ਵੀ ਬਹੁਤਾਤ ਦੇ ਅੰਦਰ ਜਦੋਂ ਮਾਇਆ ਦੀ ਵਧੋਤਰੀ ਹੁੰਦੀ ਹੈ ਤਾਂ ਸੁਭਾਵਿਕ ਬੰਦੇ ਦੀ ਸੁਰਤ ਇਸੇ ਪਾਸੇ ਜਾਂਦੀ ਹੈ। ਮਸ਼ਕੀਨ ਜੀ ਇਸੇ ਕਰਕੇ ਕਹਿੰਦੇ ਸਨ ਵੀ ਦੁਨੀਆ ਦੇ ਵਿੱਚ ਜਿਹੜੇ ਰਾਜੇ 600 ਬੇਗਮਾਂ ਰੱਖੀ ਬੈਠੇ ਨੇ, ਜਿਨ੍ਹਾਂ ਕੋਲ 600 ਬੇਗਮਾਂ ਹੋਵਣ, ਕਹਿੰਦੇ ਇਹਨਾਂ ਤੋਂ ਵੱਡਾ ਫਿਰ ਦੁਰਾਚਾਰੀ ਕਿਹੜਾ ਹੋ ਸਕਦਾ ਦੁਨੀਆ ਦੇ ਵਿੱਚ। ਇਹ ਦੁਰਾਚਾਰੀ ਲੋਕ ਨੇ, ਦੁਰਾਚਾਰੀ ਕਮਾ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਨੂੰ ਨਾਚ ਵੇਖਣ ਤੇ ਕੋੜਿਆਂ ਦੀ ਮਾਰ ਪੈਂਦੀ ਹੈ। ਆਖਿਆ ਨਹੀਂ ਇਹ ਪ੍ਰਵਾਨ ਨਹੀਂ, ਇਹ ਜਿਹੜਾ ਮੁਜਰਾ ਵੇਖਿਆ ਨਾ ਤੁਸੀਂ, ਮੋਰਾਂ ਦਾ ਨਾਚ ਵੇਖਿਆ, ਇਹ ਪ੍ਰਵਾਨ ਨਹੀਂ। ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਮਿਲਦੀ ਇਸ ਚੀਜ਼ ਦੀ। ਅਕਾਲੀ ਫੂਲਾ ਸਿੰਘ ਸਜ਼ਾ ਦਿੰਦੇ ਨੇ।
ਹਰ ਵੇਖਿਆ ਜਾਏ ਵੀ ਕਿਤੇ 600 ਬੇਗਮਾਂ, ਕਿੰਨਾ ਫਰਕ ਹੈ ਇੱਕ ਰਾਜੇ ਤੇ ਉਹਦੀ ਮਰਿਆਦਾ ਦੇ ਅੰਦਰ। ਜਦੋਂ ਰਾਜਾ ਹੀ ਆਪਣੀ ਮਰਿਆਦਾ ਛੱਡ ਜਾਏਗਾ ਤੇ ਪ੍ਰਜਾ ਦਾ ਕੀ ਬਣੇਗਾ। ਰਾਜਾ ਮਰਿਆਦਾ ਵਿੱਚ ਰਹੇ ਤੇ ਪ੍ਰਜਾ ਮਰਿਆਦਾ ਵਿੱਚ ਰਹੇਗੀ। ਜਦੋਂ ਰਾਜਾ ਹੀ ਮਰਿਆਦਾ ਤੋੜ ਦੇਗਾ ਤੇ ਪ੍ਰਜਾ ਮਰਿਆਦਾ ਵਿੱਚੋਂ ਕਿੱਥੇ ਰਹੇਗੀ। ਉਨਮਤ ਕਾਮ, ਮਨ ਜਿਹੜਾ ਅੱਠੇ ਪੈਰ ਕਾਮ ਦੇ ਵਿੱਚ ਮਸਤ ਰਹਿੰਦਾ। ਮਹਾਂ ਬਿਖ ਭੁੱਲੈ, ਇਸ ਵੱਡੀ ਬਿਖ ਜ਼ਹਿਰ ਦੇ ਵਿੱਚ ਜੀਵ ਭੁੱਲਿਆ ਰਹਿੰਦਾ। ਨਾ ਪਾਪ ਦੀ ਪਛਾਣ ਕਰਦਾ ਤੇ ਨਾ ਪੁੰਨ ਦੀ ਪਛਾਣ ਕਰਦਾ ਹੈ। ਸੁਤ ਸੰਪਤ ਦੇਖ ਇਹੋ ਮਨ ਗਰਬਿਆ, RAM ਹਿਰਦੈ ਤੇ ਖੋਇਆ। ਫਿਰ ਜਦੋਂ ਜਵਾਨੀ ਤੋਂ ਬਾਅਦ ਜੀ ਅਧਖੜ ਉਮਰ ਹੁੰਦੀ ਹੈ, ਬਚਪਨ ਹੈ, ਫਿਰ ਕਿਸ਼ੋਰ ਅਵਸਥਾ ਆਉਂਦੀ ਹੈ। ਜਦੋਂ ਬੱਚਾ 12-13 ਸਾਲ ਦੀ ਉਮਰ ਟੱਪਣਾ ਸ਼ੁਰੂ ਕਰ ਜਾਂਦਾ ਹੈ, ਇਹ ਕਿਸ਼ੋਰ ਅਵਸਥਾ ਹੈ ਜੀ। 18 ਤੋਂ ਬਾਅਦ ਜਵਾਨੀ ਦੀ ਅਵਸਥਾ ਆਰੰਭ ਹੁੰਦੀ ਹੈ। ਫਿਰ 30 ਸਾਲ 32 ਸਾਲ ਤੋਂ ਬਾਅਦ ਜਾ ਕੇ ਜਾਂ 35 ਸਾਲਾਂ ਤੋਂ ਬਾਅਦ ਲਾ ਲਓ ਵੀ ਅਧਖੜ ਜੀ ਉਮਰ ਸ਼ੁਰੂ ਹੋ ਜਾਂਦੀ ਹੈ। ਜਦੋਂ ਅਧਖੜ ਉਮਰ ਸ਼ੁਰੂ ਹੁੰਦੀ ਹੈ, ਉਦੋਂ ਫਿਰ ਕਦੇ ਸੁੱਤ ਇਹ ਪੁੱਤਰ ਹੈ, ਇਹ ਸੰਪਤ ਮੇਰੀ ਹੈ, ਇਹਨੂੰ ਵੇਖ ਵੇਖ ਕੇ ਮਨ ਵਿੱਚ ਬੜਾ ਗਰਵ, ਬੜਾ ਹੰਕਾਰ ਕਰਦਾ ਹੈ। ਭਗਤ ਜੀ ਕਹਿੰਦੇ RAM ਹਿਰਦੈ ਤੇ ਖੋਇਆ, ਪਰਮੇਸ਼ਰ ਨੂੰ ਤਾਂ ਹਿਰਦੇ ਵਿੱਚੋਂ ਇਹਨੇ ਗਵਾ ਹੀ ਦਿੱਤਾ, ਭਾਵ ਵਿਸਾਰ ਹੀ ਦਿੱਤਾ ਹੈ। ਬਾਕੀ ਸਾਰਾ ਕੁਝ ਵੇਖ ਰਿਹਾ, ਇਹ ਵੀ ਮੇਰਾ, ਇਹ ਵੀ ਮੇਰਾ ਹੈ, ਪਰ ਜੋ ਵਾਕਿਆ ਹੀ ਮੇਰਾ ਸੀ ਉਹ ਹੁਣ ਮੇਰਾ ਮੇਰਾ ਨਹੀਂ ਰਿਹਾ। ਸਭ ਕੁਛ ਆਪਣਾ, ਇੱਕ RAM ਪਰਾਇਆ, ਸਾਰਾ ਕੁਝ ਹੀ ਆਪਣਾ ਹੈ, ਪਰ ਇੱਕ ਪਰਮੇਸ਼ਰ ਪਰਾਇਆ। ਪਰਾਇਆ ਇਸ ਕਰਕੇ ਹੋ ਗਿਆ ਕਿਉਂਕਿ ਉਹਦੀ ਪਛਾਣ ਕੋਈ ਨਹੀਂ, ਉਹਨੂੰ ਯਾਦ ਨਹੀਂ ਕਰਦਾ, ਕਦੇ ਚੇਤੇ ਨਹੀਂ ਕਰਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਦੇਣ ਵਾਲਾ ਦਾਤਾ ਜਿਹੜਾ ਸੀ ਉਹ ਭੁੱਲ ਗਿਆ, ਦਾਤ ਕੇਵਲ ਇਹਨੂੰ ਪਿਆਰੀ ਰਹਿ ਗਈ। ਉਹਦੇ ਵੱਲ ਵੇਖ ਵੇਖ ਕੇ ਬੜਾ ਅਭਿਮਾਨ, ਬੜਾ ਹੰਕਾਰ ਕਰਦਾ ਹੈ, ਜਦ ਕਿ ਉਹ ਸਾਰੀਆਂ ਵਸਤੂਆਂ ਨੇ ਛੱਡ ਜਾਣਾ। ਜਿਸ ਵਸਤੂ ਨੇ ਸਦੀਵੀ ਨਾਲ ਰਹਿਣਾ, ਉਹ ਵਸਤੂ ਇਹਨੂੰ ਕਦੇ ਚੇਤੇ ਨਹੀਂ ਆਉਂਦੀ। ਅਵਰ ਮਰਤ ਮਾਇਆ ਮਨ ਤੋਲੇ, ਤੋ ਭਗ ਮੁਖ ਜਨਮ ਵਿਗੋਇਆ। ਭਗਤ ਜੀ ਕਹਿੰਦੇ ਜਦੋਂ ਕੋਈ ਹੋਰ ਮਰਦਾ ਨਾ, ਅਵਰ ਮਰਤ, ਉਦੋਂ ਫਿਰ ਦੂਜੇ ਦੀ ਮਾਇਆ ਮਨ ਵਿੱਚ ਤੋਲਦਾ ਹੈ। ਦੂਜੇ ਦਾ ਧਨ, ਦੂਜੇ ਦਾ ਪੈਸਾ ਨਾ ਤੋਲਦਾ ਹੈ ਵੀ ਕਿੰਨੀ ਕੁ ਹੋਵੇਗੀ। ਇਹ ਤਾਂ ਬੜੀ ਸੰਪਤੀ ਛੱਡ ਗਿਆ, ਬੜੀ ਮਾਇਆ ਪਿੱਛੇ ਛੱਡ ਗਿਆ। ਦੂਜੇ ਦੇ ਮਰਨ ਦੇ ਉੱਪਰ ਫਿਰ ਜਿਹੜੀ ਮਾਇਆ ਦੂਜੇ ਦੀ ਉਹ ਤੋਲਦਾ ਹੈ। ਅਵਰ ਮਰਤ ਮਾਇਆ ਮਨ ਤੋਲੇ, ਮੈਨੂੰ ਕਿੰਨੀ ਕੁ ਪ੍ਰਾਪਤ ਹੋਵੇਗੀ। ਬਹੁਤਾਤ ਦੇ ਅੰਦਰ ਇਹ ਸਮਾਜ ਦੀ ਅੱਜ ਦਸ਼ਾ ਵੀ ਹੈ। ਜਦੋਂ ਕੋਈ ਪ੍ਰਾਣੀ ਮਾਤਰ ਚੜ੍ਹਾਈ ਕਰਦਾ ਤੇ ਸਭ ਤੋਂ ਪਹਿਲਾਂ ਮਨੁੱਖ ਨੂੰ ਇਹ ਫਿਕਰ ਪੈਂਦਾ ਵੀ ਇਹਦੀ ਪ੍ਰਾਪਰਟੀ ਕਿੰਨੀ ਕੁ ਹੈ। ਚਾਹੇ ਮਨੁੱਖ ਦੀ ਆਪਣੀ ਖੁਦ ਦੀ ਸੰਤਾਨ ਵੀ ਹੋਵੇ ਨਾ ਜੀ, ਉਹਨਾਂ ਦੀ ਦਸ਼ਾ ਵੀ ਕੁਝ ਇਹੋ ਜਿਹੀ ਹੁੰਦੀ ਹੈ। ਆਪਣੀ ਖੁਦ ਦੀ ਸੰਤਾਨ ਦੀ ਦਸ਼ਾ ਵੀ ਇੱਦਾਂ ਦੀ ਹੈ। ਮਨੁੱਖ ਨੂੰ ਇਹ ਹੁੰਦਾ ਵੀ ਇਹਦੇ ਜਾਣ ਤੋਂ ਪਹਿਲਾਂ ਪਹਿਲਾਂ ਨਾ ਜ਼ਮੀਨ ਆਪਣੇ ਨਾਲ ਨਾ ਕਰਾ ਲਓ। ਆ ਪਿੱਛੇ ਜੀ ਇੱਕ ਦੋ ਇਹੋ ਜਿਹੀਆਂ ਘਟਨਾਵਾਂ ਵੀ ਵੇਖੀਆਂ ਵੀ ਮਰੀ ਹੋਈ ਮਾਈ ਕਾਰ ਦੇ ਵਿੱਚ ਤੇ ਉਹਦੇ ਮਰੀ ਕੋਲੋਂ ਵੀ ਵਿਚਾਰੀ ਕੋਲੋਂ ਅੰਗੂਠਾ ਲਵਾਈ ਜਾਂਦੇ ਨੇ ਵੀ ਕਿਤੇ ਬਾਹਰ ਐਵੇਂ ਧੱਕੇ ਖਾਂਦੇ ਫਿਰਾਂਗੇ, ਪਹਿਲਾਂ ਹੀ ਕੰਮ ਨਿਬੇੜ ਦਿਓ ਆਪਣਾ ਸਾਰਾ। ਇਹ ਲਾਲਚ ਜਿਹੜਾ ਮਨੁੱਖ ਨੂੰ ਇੰਨੀ ਨੀਵੀਂ ਘਟੀਆ ਸੋਚ ਤਾਂ ਹੀ ਲੈ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਕਦੇ ਚੰਗੇ ਬੰਦੇ ਦੀ ਵਿਚਾਰ ਨਹੀਂ ਕਰਦਾ। ਅਵਰ ਮਰਤ, ਦੂਜਾ ਮਰਦਾ, ਆਪਣੇ ਮਨ ਵਿੱਚ ਉਹਦੀ ਮਾਇਆ ਤੋਲਦਾ ਰਹਿੰਦਾ ਵੀ ਮੈਨੂੰ ਕਿੰਨੀ ਕੁ ਮਿਲੇਗੀ। ਫਿਰ ਭਗਤ ਜੀ ਕਹਿੰਦੇ ਤੋ ਭਗ ਮੁਖ ਜਨਮ ਵਿਗੋਇਆ। ਫਿਰ ਦੋ ਚੀਜ਼ਾਂ ਦੇ ਵਿੱਚ, ਇੱਕ ਤਾਂ ਜੋਨੀ ਭੋਗਣ ਦੇ ਵਿੱਚ ਤੇ ਦੂਸਰਾ ਮੁਖ ਖਾਣ ਦੇ ਵਿੱਚ, ਰਸ ਲੈਣ ਵਿੱਚ ਸਾਰਾ ਜਨਮ ਇਹਨੇ ਜਿਹੜਾ ਗਵਾ ਦਿੱਤਾ ਹੈ। ਜੈ ਤੇ ਉਪਜੀ ਤੈ ਰਚੀ ਪੀਵਤ ਮਰਦਨ ਲਾਗ, ਇੱਦਾਂ ਦੀ ਅਵਸਥਾ ਬਣ ਜਾਂਦੀ ਹੈ। ਜਗਤ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਬਿਰਾਜੇ ਤੇ ਕਲਯੁਗ ਤੁਰਿਆ ਆਵੇ, ਇੱਕ ਹੱਥ ਦੇ ਵਿੱਚ ਇੰਦਰੀ, ਦੂਜੇ ਹੱਥ ਵਿੱਚ ਜ਼ਬਾਨ ਪਕੜੀ ਹੋਈ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇਹ ਜਿਹੋ ਜਿਹਾ ਪਹਿਰਾਵਾ ਭੇਖ ਜਿਹਾ ਬਣਾ ਕੇ ਆਇਆ ਨਾ, ਇਹ ਸਮਝ ਨਹੀਂ ਮੈਨੂੰ ਆ ਰਹੀ ਵੀ ਇਹ ਕਰ ਕੀ ਰਿਹਾ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਇਹਨੂੰ ਹੀ ਪੁੱਛ ਲੈਨੇ ਆਪਾਂ। ਸਤਿਗੁਰਾਂ ਨੇ ਕਲਯੁਗ ਨੂੰ ਪੁੱਛਿਆ ਵੀ ਦੱਸ ਭਾਈ, ਇਹ ਕਿਹੋ ਜਿਹਾ ਭੇਖ ਤੂੰ ਬਣਾਇਆ ਹੋਇਆ? ਕਲਯੁਗ ਕਹਿਣ ਲੱਗਾ, ਮਹਾਰਾਜ ਮੇਰੇ ਰਾਜ ਦੇ ਅੰਦਰ ਮਨੁੱਖ ਨੂੰ ਇਹਨਾਂ ਦੋ ਚੀਜ਼ਾਂ ਦਾ ਹੀ ਰਸ ਹੋਵੇਗਾ। ਜਾਂ ਮਨੁੱਖ ਨੂੰ ਇੰਦਰੀ ਰਸ ਹੋਵੇਗਾ, ਜਾਂ ਮਨੁੱਖ ਨੂੰ ਜ਼ਬਾਨ ਦਾ ਰਸ ਹੋਵੇਗਾ। ਔਰ ਕਲਯੁਗ ਦੇ ਇਸ ਸਮੇਂ ਦੇ ਅੰਦਰ ਜੇ ਵੇਖਿਆ ਜਾਏ, ਬਹੁਤਾਤ ਦੇ ਵਿੱਚ ਮਨੁੱਖ ਨੂੰ ਕੇਵਲ ਇਹਨਾਂ ਦੋ ਚੀਜ਼ਾਂ ਦਾ ਹੀ ਰਸ ਹੈ। ਜਾਂ ਵਿਸ਼ੇ ਵਿਕਾਰਾਂ ਨੂੰ ਭੋਗਣ ਦਾ ਰਸ ਹੈ, ਜਾਂ ਪਦਾਰਥਾਂ ਨੂੰ ਖਾਣ ਦਾ ਰਸ ਹੈ। ਅੱਠੇ ਪੈਰ ਖਾਂਦਾ ਹੀ ਰਹਿੰਦਾ। ਜਿੰਨਾ ਜ਼ਿਆਦਾ ਖਾਵੇਗਾ ਓਨਾ ਜ਼ਿਆਦਾ ਸਰੀਰ ਦੇ ਅੰਦਰ ਵਿਕਾਰਾਂ ਦਾ ਵੇਗ ਵਧੇਗਾ। ਤਾਂ ਹੀ ਤਾਂ ਗੁਰੂ ਕਲਗੀਧਰ ਜੀ ਨੇ ਹੁਕਮ ਕੀਤਾ ਸੀ, ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਭੋਜਨ ਸਤਵ ਗੁਣੀ ਹੋਵੇ, ਭੋਜਨ ਜਿਹੜਾ ਅਲਪ ਥੋੜ੍ਹਾ ਆਹਾਰ ਕੀਤਾ ਜਾਏ, ਜਿਹਦੇ ਨਾਲ ਇਹ ਵਿਸ਼ੇ ਵਿਕਾਰ ਜਿਹੜੇ ਕਾਬੂ ਦੇ ਵਿੱਚ ਰਹਿਣ। ਪਰ ਮਨੁੱਖ ਅਲਪ ਆਹਾਰੀ ਤਾਂ ਕੋਈ ਨਹੀਂ ਰਹਿ ਗਿਆ। ਛਕਣ ਵੇਲੇ ਅਸੀਂ ਵਾਕਿਆ ਨਹੀਂ ਸੋਚਦੇ ਵੀ ਅਸੀਂ ਕਿੰਨਾ ਕੁ ਖਾਣਾ ਹੈ। ਇਸ ਸਰੀਰ ਦੇ ਅੰਦਰ ਭੋਜਨ ਅੰਨ ਹਰ ਵਕਤ ਪਾਈ ਜਾਂਦੇ ਆ। ਦਾਸ ਨੇ ਸ਼ਾਇਦ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਪਹਿਲਾਂ ਤਾਂ ਲੋਕ 3 ਵਕਤ ਦਾ ਭੋਜਨ ਛਕਿਆ ਕਰਦੇ ਸਨ। ਹੁਣ ਡਾਕਟਰ ਕਹਿੰਦੇ ਵੀ ਸਾਰਾ ਦਿਨ ਹੀ ਖਾਈ ਜਾਇਆ ਕਰੋ, ਵੀ ਥੋੜ੍ਹਾ ਥੋੜ੍ਹਾ ਖਾਇਆ ਕਰੋ। ਯਾਨੀ ਕਿ ਸਾਰਾ ਦਿਨ ਬੰਦਾ ਚਰਦਾ ਹੀ ਰਹੇ, ਵੀ ਪਹਿਲਾਂ ਸਵੇਰੇ ਖਾ ਲਿਆ, 10 ਵਜੇ ਫਿਰ ਖਾ ਲਿਆ, 12 ਵਜੇ ਫਿਰ ਖਾਈ ਜਾਓ, ਵੀ ਖਾਈ ਜਾਓ ਸਾਰਾ ਦਿਨ। ਜਦੋਂ ਇਤਿਹਾਸ ਦੀ ਕਥਾ ਅਸੀਂ ਪੜ੍ਹਦੇ ਵਿਚਾਰਦੇ ਹਾਂ, ਉਹਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਵੀ ਜਿਹੜਾ ਸਵੇਰ ਦਾ ਲੰਗਰ ਆ ਉਹ 11 ਵਜੇ, ਦੂਸਰਾ ਲੰਗਰ ਸ਼ਾਮ ਨੂੰ। ਯਾਨੀ ਕਿ ਦਿਨ ਜਦੋਂ ਛਪਣਾ ਹੁੰਦਾ, ਰਹਿਰਾਸ ਸਾਹਿਬ ਦਾ ਸਮਾਂ ਹੁੰਦਾ, ਉਹ ਸਮਾਂ ਜਿਹੜਾ ਪ੍ਰਸ਼ਾਦੇ ਦਾ ਸਮਾਂ, ਵੀ ਸਮੇਂ ਨਾਲ ਲੰਗਰ ਛਕ ਕੇ ਜਿਹੜਾ ਮਨੁੱਖ ਹੈ ਉਹ ਆਰਾਮ ਕਰੇ ਤਾਂ ਕਿ ਸਮੇਂ ਨਾਲ ਉੱਠ ਸਕੇ। ਪਰ ਇਹ ਮਰਿਆਦਾ ਜਿਹੜੀ ਬਣਾਈ ਗਈ ਹੈ, ਇਹਨੂੰ ਮਨੁੱਖ ਨੇ ਬੇਮਰਿਆਦ ਕਰ ਦਿੱਤਾ ਹੈ। ਨਾ ਸੌਣ ਦਾ ਸਮਾਂ, ਨਾ ਸਾਡਾ ਖਾਣ ਦਾ ਕੋਈ ਵਕਤ ਰਿਹਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਸਲ ਵਿੱਚ ਇਹ ਪਦਾਰਥਾਂ ਦਾ ਰਸ ਜਿਹੜਾ ਨਾ ਮਨੁੱਖ ਨੂੰ ਇਹ ਹਰ ਵਕਤ ਭਰਮਾਈ ਰੱਖਦਾ ਹੈ। ਤੋ ਇੱਥੇ ਬਚਨ ਕਰਦੇ ਨੇ, ਅਵਰ ਮਰਤ ਮਾਇਆ ਮਨ ਤੋਲੇ, ਤੋਂ ਭਗ ਮੁਖ ਜਨਮ ਵਿਗੋਇਆ। ਦੂਸਰਾ ਮਰਦ ਹੈ, ਉਹਦੀ ਮਾਇਆ ਤੋਲਦਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਵਿਸ਼ੇ ਵਿਕਾਰਾਂ ਵਿੱਚ ਆਪਣਾ ਜਨਮ ਗਵਾ ਦਿੱਤਾ। ਇਹਦਾ ਦੂਜਾ ਅਰਥ ਹੈ ਜੀ ਅਵਰ ਮਰਤ ਮਾਇਆ ਮਨ ਤੋਲੇ। ਇੱਥੇ ਮਰਤ ਦਾ ਅਰਥ ਵਿਦਵਾਨਾਂ ਨੇ ਕੀਤਾ ਸੰਤ। ਜਿਹੜੇ ਸੰਤ ਜਨ ਨੇ ਨਾ, ਪ੍ਰਭੂ ਦੇ ਪਿਆਰੇ ਨੇ, ਜਿਹੜੇ ਆਪਣੇ ਮਨ ਦੇ ਵਿੱਚ ਮਾਇਆ ਨੂੰ ਤੋਲਦੇ ਨੇ ਵੀ ਇਹ ਦੁਖਦਾਇਕ ਹੈ। ਲੈ ਨਰਜਾ ਮਨ ਤੋਲਾ ਦੇਵ। ਗੁਰਮੁਖ ਪਿਆਰੇ ਆਪਣੀ ਬੁੱਧੀ ਦਾ ਜਿਹੜਾ ਪਲੜਾ ਹੈ ਉਹਨੂੰ ਲੈ ਕੇ ਤੇ ਮਾਇਆ ਨੂੰ ਤੋਲਦੇ ਵੀ ਮਾਇਆ ਦੁਖਦਾਇਕ ਹੈ। ਤਾਂ ਇਹੋ ਜਿਹੇ ਸੰਤ ਜਨਾਂ ਨੇ ਜਿਨ੍ਹਾਂ ਨੇ ਮਾਇਆ ਨੂੰ ਤਿਆਗ ਦਿੱਤਾ, ਤੋਂ ਭਾਗ ਮੁਖ ਜਨਮ ਵਿਗੋਇਆ। ਉਹਨਾਂ ਸੰਤਾਂ ਵੱਲੋਂ ਮੁਖ ਮੋੜ ਕੇ, ਭਾਗ ਦਾ ਅਰਥ ਹੈ ਉਥੋਂ ਭਜਦਾ ਹੈ। ਤੇ ਇਹਨੇ ਸੰਤਾਂ ਦੀ ਕਦੇ ਸੰਗਤ ਕੀਤੀ ਨਹੀਂ। ਦੀਨ ਵਿਸਾਰਿਓ ਪੇਟ ਭਰਿਓ, ਪਸ਼ੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ। ਹੇ ਮਾਇਆ ਦੇ ਵਿੱਚ ਦੀਵਾਨੇ ਜੀਵ, ਤੂੰ ਆਪਣਾ ਦੀਨ ਆਪਣਾ ਧਰਮ ਵਿਸਾਰ ਦਿੱਤਾ। ਤੇਰੀ ਦਸ਼ਾ ਪਸ਼ੂ ਵਰਗੀ ਹੈ। ਪੇਟ ਭਰਨਾ ਸੌ ਜਾਂਦਾ, ਜਿਵੇਂ ਪਸ਼ੂ ਵੀ ਪੇਟ ਭਰਦਾ, ਪਸ਼ੂ ਵੀ ਸੌ ਜਾਂਦਾ ਆ। ਸਾਧ ਸੰਗਤ ਕਬਹੂ ਨਹੀਂ ਕੀਨੀ। ਕਦੇ ਤੂੰ ਸਾਧ ਸੰਗਤ ਨਹੀਂ ਕੀਤੀ, ਕਦੇ ਸੰਗਤ ਨਹੀਂ ਕੀਤੀ, ਬਾਣੀ ਨਹੀਂ ਪੜ੍ਹੀ, ਤੋ ਭਗਮੁਖ ਜਨਮ ਵਿਗੋਇਆ। ਇਸੇ ਤਰ੍ਹਾਂ ਆਪਣਾ ਜਿਹੜਾ ਕੀਮਤੀ ਜਨਮ ਹੈ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਲੱਗ ਕੇ ਤੂੰ ਵਿਅਰਥ ਗਵਾ ਦਿੱਤਾ ਹੈ। ਪਰਮੇਸ਼ਰ ਨੇ ਤੈਨੂੰ ਦਾਤ ਦਿੱਤੀ ਹੈ, ਇਹਨੂੰ ਤੂੰ ਵਿਅਰਥ ਗਵਾ ਦਿੱਤਾ ਹੈ। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਾਤਾਲ ਕੀ ਬਾਣੀ। ਹੁਣ ਇਹ ਸਰੀਰ ਦੀ ਚੌਥੀ ਅਵਸਥਾ ਹੈ ਜੀ। ਜਦੋਂ ਸਰੀਰ ਮਨੁੱਖ ਦਾ ਬਜ਼ੁਰਗ ਹੋ ਜਾਂਦਾ ਹੈ, ਪੁੰਡਰ ਫੁੱਲ ਨੂੰ ਕਹਿੰਦੇ ਨੇ। ਕਬਲ ਦਾ ਫੁੱਲ ਚਿੱਟਾ ਰੰਗ ਉਹਦਾ ਹੁੰਦਾ ਹੈ। ਪੁੰਡਰ ਕੇਸ ਕੁਸਮ ਤੇ ਧੌਲੇ। ਕੁਸਮ ਨਾਮ ਫੁੱਲ ਦਾ ਜਿਹੜਾ ਕਬਲ ਦਾ ਫੁੱਲ ਹੈ, ਉਹਦੇ ਨਾਲੋਂ ਵੀ ਚਿੱਟੇ ਧੌਲੇ ਜਿਹੜੇ ਨੇ ਉਹ ਸਰੀਰ ਉੱਪਰ, ਮੁੱਖ ਉੱਪਰ, ਸਿਰ ਦੇ ਉੱਪਰ ਆ ਜਾਂਦੇ ਨੇ, ਚਿੱਟੇ ਰੰਗ ਦੇ ਧੌਲੇ।
ਸਾਰਾ ਸਰੀਰ ਜਿਹੜਾ ਹੈ ਉਹ ਚਿੱਟੇ ਕੇਸਾਂ ਨਾਲ ਭਰ ਜਾਂਦਾ। ਫਿਰ ਭਗਤ ਜੀ ਕਹਿੰਦੇ ਜਦੋਂ ਬੋਲਦਾ ਬੜੀ ਬਰੀਕ ਜੀ ਆਵਾਜ਼ ਆਉਂਦੀ ਹੈ। ਆਵਾਜ਼ ਵੀ ਇੱਦਾਂ ਆਉਂਦੀ ਮਾਨੋ ਜੈਸੇ ਕੋਈ 7 ਪਤਾਲਾਂ ਵਿੱਚ ਨਾ ਬਹਿ ਕੇ ਬੋਲਦਾ ਹੋਵੇ। ਸਫਲ ਪਤਾਲ ਕੀ ਬਾਣੀ, ਵੀ ਹੇਠਾਂ ਬੈਠਾ ਹੋਵੇ 7ਵੇਂ ਪਤਾਲ ਵਿੱਚ ਕੋਈ ਬੋਲਦਾ ਹੋਵੇ ਤੇ ਮੱਠੀ ਮੱਠੀ ਜੀ ਆਵਾਜ਼ ਆਉਂਦੀ। ਇੱਦਾਂ ਦੀ ਆਵਾਜ਼ ਮਨੁੱਖ ਦੀ ਆਉਂਦੀ ਬਜ਼ੁਰਗੀ ਦੀ ਅਵਸਥਾ ਦੇ ਅੰਦਰ। ਔਰ ਇਹ ਅਵਸਥਾ ਸਾਰਿਆਂ ਦੇ ਉੱਪਰ ਆਉਣੀ ਹੈ, ਕਿਉਂਕਿ ਤਰਨਾਪੋਂ ਇਉਂ ਹੀ ਗਇਓ ਲਿਓ ਜਰਾ ਤਨ ਜੀਤ। ਜਵਾਨੀ ਤਾਂ ਇੱਦਾਂ ਹੀ ਲੰਘ ਗਈ ਬਿਨਾਂ ਭਗਤੀ ਤੋਂ ਬੰਦਗੀ ਤੋਂ, ਤੇ ਵਡੇਪਾ ਆ ਗਿਆ। ਹੁਣ ਵਡੇਪੇ ਨੇ ਸਰੀਰ ਜਿੱਤ ਲਿਆ ਤਾਂ ਕੇਸ ਚਿੱਟੇ ਰੰਗ ਦੇ ਹੋ ਗਏ ਨੇ। ਭਵਰ ਗਏ ਬਗ ਬੈਠੇ ਆਏ, ਭੌਰੇ ਚਲੇ ਗਏ ਜੀ ਬਗਲੇ ਬਹਿ ਗਏ। ਭਾਵ ਆ ਵੀ ਭੌਰਾ ਕਾਲਾ ਹੁੰਦਾ, ਕਾਲੇ ਕੇਸ ਚਲੇ ਗਏ ਨੇ ਤੇ ਚਿੱਟੇ ਰੰਗ ਦੇ ਬਗਲੇ ਆ ਕੇ ਬਹਿ ਗਏ ਨੇ। ਹੁਣ ਗਲ ਵਿੱਚੋਂ ਰੁੱਧਾ ਸ਼ਬਦ ਕੰਠ ਨਹੀਂ ਉਚਰੈ। ਭਗਤ ਜੀ ਕਹਿੰਦੇ ਗਲਾ ਵੀ ਕਮਜ਼ੋਰ ਹੋ ਗਿਆ ਤੇ ਕਮਜ਼ੋਰ ਗਲੇ ਦੇ ਵਿੱਚੋਂ ਹੁਣ ਸ਼ਬਦ ਵੀ ਕੋਈ ਨਹੀਂ ਨਿਕਲਦਾ। ਜੇ ਵਿਚਾਰਾ ਕਿਤੇ ਬੋਲਦਾ ਵੀ ਹੈ ਤੇ ਪਤਲੀ ਜੀ ਥੋੜੀ ਥੋੜੀ ਆਵਾਜ਼ ਆਉਂਦੀ ਹੈ। ਲੋਚਨ ਸ਼ਰਮਹਿ ਬੁੱਧ ਬਲ ਨਾਠੀ, ਤਾ ਕਾਮ ਪਵਸ ਮਾਧਾਣੀ। ਲੋਚਨ ਜਿਹੜੇ ਨੇਤਰ ਨੇ ਸ਼ਰਮ ਹੈ, ਥੱਕ ਗਏ ਨੇ। ਅੱਖਾਂ ਦੀ ਨਿਗਾਹ ਵੀ ਹੁਣ ਇੰਨੀ ਕੁ ਕਮਜ਼ੋਰ ਹੋ ਗਈ ਹੈ ਵੀ ਦਿਖਦਾ ਕੁਝ ਨਹੀਂ, ਇਹਦੇ ਵਿੱਚੋਂ ਦਿਖਾਈ ਨਹੀਂ ਦਿੰਦਾ ਕੋਈ। ਫਿਰ ਲੋਚਨ ਸ਼ਰਮੈ, ਸ਼ਰਮੈ ਦਾ ਦੂਜਾ ਅਰਥ ਹੁੰਦਾ ਜੀ ਸ਼ਰਮੈ ਤੇ ਇੱਕ ਹੁੰਦਾ ਥੱਕੜਾ, ਇੱਕ ਹੁੰਦਾ ਜੀ ਸ਼ਰਮੈ ਯਾਨੀ ਸ਼ਰਵਣਾ ਕਿਸੇ ਚੀਜ਼ ਦਾ। ਅੱਖਾਂ ਵਿੱਚੋਂ ਪਾਣੀ ਵਹਿਣਾ, ਜਿਹਨੂੰ ਭਗਤ ਜੀ ਕਹਿੰਦੇ ਨਾ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਦਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਹਿ ਪ੍ਰਾਨੀ। ਹੁਣ ਅੱਖਾਂ ਵਿੱਚੋਂ ਪਾਣੀ ਹਰ ਵਕਤ ਵਹਿੰਦਾ ਰਹਿੰਦਾ, ਕਿਉਂਕਿ ਨੇਤਰ ਕਮਜ਼ੋਰ ਹੋ ਗਏ ਨੇ। ਵੇਖ ਵੇਖ ਕੇ ਅੱਖਾਂ ਕਮਜ਼ੋਰ ਹੋ ਗਈਆਂ। ਹਾਂ, ਅੱਖਾਂ ਕਮਜ਼ੋਰ ਹੋ ਜਾਂਦੀਆਂ ਪਰ ਵਾਸ਼ਨਾ ਕਮਜ਼ੋਰ ਨਹੀਂ ਹੁੰਦੀ। ਭਾਈ ਗੁਰਦਾਸ ਜੀ ਤਾਂ ਹੀ ਕਹਿੰਦੇ ਅੱਖੀ ਦੇਖ ਨਾ ਰਗਜੀਆ ਬਹੁ ਰੰਗ ਤਮਾਸ਼ੇ। ਸਾਡੀਆਂ ਅੱਖਾਂ ਰੰਗ ਤਮਾਸ਼ੇ ਵੇਖ ਵੇਖ ਕੇ ਰਜਦੀਆਂ ਨਹੀਂ। ਨੇਤਰ ਤਾਂ ਵਿਚਾਰੇ ਬੁੱਢੇ ਹੋ ਜਾਂਦੇ ਨੇ, ਇਹਨਾਂ ਨੂੰ ਦਿਖਣੋਂ ਘਟ ਜਾਂਦਾ ਹੈ, ਪਰ ਅੰਦਰ ਦੀ ਵਾਸ਼ਨਾ ਨਹੀਂ ਘਟਦੀ ਵੇਖਣ ਦੀ। ਵਾਸ਼ਨਾ ਬਲਕਿ ਹੋਰ ਜ਼ਿਆਦਾ ਜਵਾਨ ਹੋਈ ਜਾਂਦੀ ਹੈ। ਲੋਚਨ ਸ਼ਰਮੈ, ਫਿਰ ਬੁੱਧ ਬਲ ਨਾਠੀ। ਬੁੱਧੀ ਦਾ ਜਿਹੜਾ ਬਲ ਹੈ ਨਾ ਉਹ ਵੀ ਘਟ ਜਾਂਦਾ, ਸੋਚਣ ਸ਼ਕਤੀ ਘਟ ਜਾਂਦੀ ਹੈ, ਯਾਦ ਨਹੀਂ ਰਹਿੰਦਾ। ਸਵੇਰੇ ਗੱਲ ਕਹੀ ਸ਼ਾਮ ਨੂੰ ਚੇਤੇ ਨਹੀਂ ਰਹਿੰਦੀ, ਸ਼ਾਮ ਨੂੰ ਆਖੇ ਜੀ ਸਵੇਰੇ ਚੇਤੇ ਨਹੀਂ ਰਹਿੰਦੀ। ਇੱਕ ਸਿੰਘ ਉਹ ਦੱਸੇ ਦੁਬਈ ਗਏ ਸਨ ਉੱਥੇ ਕੀਰਤਨ ਕਰਨ ਵਾਸਤੇ, ਤੇ ਇੱਕ ਬਜ਼ੁਰਗ ਮਿਲਿਆ। ਉਹ ਕਹਿੰਦੇ ਵੀ ਸਾਨੂੰ ਸਵੇਰੇ ਆ ਕੇ ਪੁੱਛਿਆ ਕਰੇ ਸਿੰਘਾ ਤੇਰਾ ਨਾਂ ਕੀ ਹੈ। ਉਹਨੇ ਦੱਸ ਦੇਣਾ। ਕਹਿੰਦੇ ਉਹਨੇ ਸ਼ਾਮ ਨੂੰ ਫੇਰ ਮਿਲਣਾ ਵੀ ਤੇਰਾ ਨਾਂ ਕੀ ਹੈ, ਤੂੰ ਕਿੱਥੋਂ ਦਾ ਰਹਿਣ ਵਾਲਾ ਹੈ। ਕਹਿੰਦਾ ਮੈਂ ਸ਼ਾਮ ਨੂੰ ਫੇਰ ਦੱਸਣਾ। ਕਹਿੰਦੇ ਅਗਲਾ ਦਿਨ ਹੋਣਾ ਉਹਨੇ ਫੇਰ ਮੈਨੂੰ ਮਿਲਣਾ, ਆਖੇ ਤੇਰਾ ਨਾਮ ਕੀ ਹੈ। ਕਹਿੰਦਾ ਮੈਂ 3 ਮਹੀਨੇ ਰਿਹਾ, 3 ਮਹੀਨੇ ਉਹਨੇ ਨਾਂ ਹੀ ਪੁੱਛਿਆ ਮੇਰੇ ਕੋਲੋਂ ਸਵੇਰੇ ਸ਼ਾਮ। ਵੀ ਉਹਦੀ ਯਾਦਦਾਸ਼ਤ ਇੰਨੀ ਕਮਜ਼ੋਰ ਹੋ ਚੁੱਕੀ ਸੀ ਵੀ ਉਹਨੂੰ ਯਾਦ ਹੀ ਨਹੀਂ ਸੀ ਰਹਿੰਦਾ ਵੀ ਮੈਨੂੰ ਸਵੇਰੇ ਪੁੱਛ ਕੇ ਹਟਿਆ। ਇਹਨੂੰ ਕਹਿੰਦੇ ਜੀ ਬੁੱਧ ਬਲ ਨਾਠੀ। ਜਿਹੜੀ ਬੁੱਧੀ ਦਾ ਬਲ ਹੈ ਨਾ ਉਹ ਖਤਮ ਹੋ ਜਾਂਦਾ, ਸੋਚਣ ਸ਼ਕਤੀ ਮਰ ਜਾਂਦੀ ਮਨੁੱਖ ਦੀ, ਇਹਨੂੰ ਯਾਦ ਨਹੀਂ ਰਹਿੰਦਾ ਕੁਛ ਵੀ। ਫਿਰ ਉੱਥੇ ਜਿੱਥੇ ਯਾਦ ਸ਼ਕਤੀ ਮੁੱਕਦੀ ਹੈ, ਯਾਦ ਸ਼ਕਤੀ ਦੇ ਨਾਲ ਨਾਲ ਮਨੁੱਖ ਦੀ ਵਿਚਾਰ ਸ਼ਕਤੀ ਵੀ ਮੁੱਕ ਜਾਂਦੀ ਹੈ। ਫਿਰ ਕੁਝ ਵਿਚਾਰ ਨਹੀਂ ਸਕਦਾ। ਤੇ ਭਗਤ ਜੀ ਫਿਰ ਫਰਮਾਨ ਕਰਦੇ ਤਾਂ ਕਾਮ ਪਵਸ ਮਧਾਣੀ। ਉਦੋਂ ਫਿਰ ਕਾਮਨਾਵਾਂ ਦੀ ਮਧਾਣੀ ਵਿੱਚ ਪੈ ਜਾਂਦੀ ਹੈ। ਇਹਨੂੰ ਹੁਣ ਵਿਦਵਾਨ ਇਸ ਤਰ੍ਹਾਂ ਕਹਿੰਦੇ ਨੇ, ਸਰੀਰ ਦੇ ਅੰਗ ਸਿਥਲ ਹੋ ਜਾਂਦੇ ਨੇ ਬਜ਼ੁਰਗੀ ਵਿੱਚ। ਅੱਖਾਂ ਬਹੁਤਾ ਵੇਖ ਨਹੀਂ ਸਕਦੀਆਂ, ਕੰਨਾਂ ਦੁਆਰਾ ਸੁਣਨਾ ਘਟ ਜਾਂਦਾ, ਸੁਣ ਸ਼ਕਤੀ ਖਤਮ ਹੋ ਜਾਂਦੀ ਹੈ। ਜ਼ਬਾਨ ਦਾ ਰਸ ਵੀ ਮਰਨਾ ਸ਼ੁਰੂ ਹੋ ਜਾਂਦਾ, ਪਰ ਅੰਦਰ ਜਿਹੜੀ ਵਾਸ਼ਨਾ ਹੁੰਦੀ ਹੈ ਨਾ ਉਹ ਵੱਧ ਜਾਂਦੀ ਹੈ। ਸਰੀਰ ਕਮਜ਼ੋਰ ਹੋ ਗਿਆ, ਵਾਸ਼ਨਾ ਜਵਾਨ ਹੋ ਗਈ। ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸ਼ਕੀਨ ਜੀ ਕਹਿੰਦੇ ਸਨ, ਕਹਿੰਦੇ ਸਰੀਰ ਬਜ਼ੁਰਗ ਹੁੰਦਾ, ਵਾਸ਼ਨਾਵਾਂ ਮਨੁੱਖ ਦੀਆਂ ਜਵਾਨ ਹੋ ਜਾਂਦੀਆਂ ਨੇ। ਜਿਵੇਂ ਜਵਾਨੀ ਦੀ ਅਵਸਥਾ ਦੇ ਅੰਦਰ ਜਿਹੜੀਆਂ ਵਾਸ਼ਨਾਵਾਂ ਹੁੰਦੀਆਂ ਨੇ ਮਾਨੋ ਜੈਸੇ ਉਹ ਬੱਚੇ ਵਾਂਗੂ ਹੁੰਦੀਆਂ ਨੇ, ਪਰ ਸਰੀਰ ਬਜ਼ੁਰਗ ਹੋਣ ਨਾਲ ਵਾਸ਼ਨਾਵਾਂ ਬਹੁਤ ਤਾਕਤਵਰ ਅੰਦਰੋਂ ਹੋ ਜਾਂਦੀਆਂ ਨੇ, ਪਰ ਉਦੋਂ ਸਰੀਰ ਸਾਥ ਨਹੀਂ ਦਿੰਦਾ ਹੁੰਦਾ।
ਫਿਰ ਇੱਕ ਵਿਦਵਾਨ ਨੇ ਉਦਾਹਰਣ ਦਿੱਤੀ, ਦੇਖੋ ਇਹ ਅਵਸਥਾ ਤਾਂ ਸਾਰਿਆਂ ਤੇ ਆਉਣੀ ਹੈ, ਇਹ ਕੋਈ ਮਖੌਲ ਨਹੀਂ ਵੀ ਸਰੀਰ ਦੀ ਅਵਸਥਾ ਕੋਈ ਬਜ਼ੁਰਗ ਹੋਵੇ ਤੇ ਆਪਾਂ ਬਜ਼ੁਰਗ ਨੂੰ ਇਸ ਤਰ੍ਹਾਂ ਕਹੀਏ, ਪਰ ਉਹ ਇੱਕ ਮਹਾਂਪੁਰਖ ਉਦਾਹਰਣ ਦੇ ਕੇ ਸਮਝਾਉਂਦਾ ਹੈ। ਕਹਿੰਦੇ ਬਜ਼ੁਰਗੀ ਅਵਸਥਾ ਆ ਗਈ ਹੈ, ਸਰੀਰ ਦੇ ਅੰਗ ਕਮਜ਼ੋਰ ਹੋ ਗਏ ਨੇ, ਪਰ ਵਾਸ਼ਨਾਵਾਂ ਬੜੀਆਂ ਅੰਦਰ ਅੱਜ ਵੀ ਪ੍ਰਬਲ ਨੇ, ਪਰ ਹੁਣ ਮਜਬੂਰੀ ਬਣ ਗਈ। ਇਸ ਤਰ੍ਹਾਂ ਉਹ ਸਮਝਾਉਂਦੇ ਉਦਾਹਰਣ ਦੇ ਕੇ, ਜੈਸੇ ਕਹਿੰਦੇ ਬਘਿਆੜ ਕਹਿੰਦਾ ਮੈਂ ਸ਼ਿਕਾਰ ਨਹੀਂ ਕਰਦਾ, ਆਪਾਂ ਸ਼ਿਕਾਰ ਕਰਨਾ ਛੱਡ ਦਿੱਤਾ, ਸ਼ਾਕਾਹਾਰੀ ਹੋ ਗਏ। ਉਹ ਕਹਿੰਦੇ ਵੀ ਮੈਂ ਨਹੀਂ ਮੰਨਦਾ ਵੀ ਬਘਿਆੜ ਸ਼ਾਕਾਹਾਰੀ ਹੋਵੇ, ਬਘਿਆੜ ਵੀ ਕਦੇ ਸ਼ਿਕਾਰ ਕਰਨਾ ਛੱਡਦਾ, ਉਹ ਤਾਂ ਸ਼ਿਕਾਰ ਕਰਦਾ ਹੀ ਕਰਦਾ। ਪਰ ਕਹਿੰਦੇ ਅਸਲ ਵਿੱਚ ਮਜਬੂਰੀ ਇਹ ਹੈ ਵੀ ਬਘਿਆੜ ਬੁੱਢਾ ਹੋ ਗਿਆ, ਉਹਦੇ ਕੋਲੋਂ ਦੌੜ ਕੇ ਸ਼ਿਕਾਰ ਨਹੀਂ ਹੁੰਦਾ। ਜਦੋਂ ਬੁੱਢਾ ਹੋ ਜਾਏ ਉਹ ਵਿਚਾਰਾ ਸ਼ਿਕਾਰ ਨਹੀਂ ਕਰ ਸਕਦਾ ਦੌੜ ਕੇ। ਜਦੋਂ ਜਵਾਨ ਸੀ ਉਦੋਂ ਤਾਂ ਬਥੇਰੇ ਸ਼ਿਕਾਰ ਕੀਤੇ, ਹੁਣ ਨਹੀਂ ਹੁੰਦੇ। ਕਹਿੰਦੇ ਇਹ ਅਵਸਥਾ ਮਨੁੱਖ ਦੀ ਬੁਢੇਪੇ ਦੀ ਅਵਸਥਾ ਹੈ। ਮਨ ਤਾਂ ਹੁੰਦਾ ਵੀ ਸ਼ਿਕਾਰ ਕਰਾਂ, ਪਰ ਕਰੇ ਕਿਵੇਂ? ਹੁਣ ਸਰੀਰ ਵਿੱਚ ਉਹ ਤਾਕਤ ਨਹੀਂ ਰਹੀ ਮਨੁੱਖ ਦੇ। ਤਾਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ, ਅੱਖਾਂ ਤਾਂ ਥੱਕ ਗਈਆਂ ਨੇ, ਪਰ ਵੇਖਣ ਦੀ ਜਿਹੜੀ ਲਾਲਸਾ ਹੈ ਨਾ, ਉਹ ਨਹੀਂ ਥੱਕੀ ਅਜੇ ਤਾਈਂ, ਉੱਦਾਂ ਹੀ ਉੱਦਾਂ ਹੈ। ਸਰੀਰ ਦੇ ਅੰਦਰ ਸੁਣਨ ਦੀ ਲਾਲਸਾ, ਰਸ ਚਖਣ ਦੀ ਲਾਲਸਾ, ਉਹ ਹੁਣ ਜਵਾਨ ਹੋ ਗਈ ਹੈ। ਤਾਂ ਕਾਮ ਪਵ ਸਮਾਧਾਣੀ, ਫਿਰ ਜਿਹੜੀ ਕਾਮਨਾ ਹੈ ਨਾ, ਇਹ ਫਿਰ ਮਨੁੱਖ ਦੇ ਅੰਦਰ ਵੱਧ ਕੇ ਤੇ ਮਧਾਣੀ ਵਾਂਗੂ ਫਿਰ ਬੰਦੇ ਨੂੰ ਅੰਦਰੋਂ ਰਿੜਕਦੀ ਹੈ। ਤੇ ਜਦੋਂ ਵਾਸ਼ਨਾਵਾਂ ਰਿੜਕਦੀਆਂ ਨੇ, ਫਿਰ ਸੁਭਾਅ ਚਿੜਚਿੜਾ ਹੁੰਦਾ, ਕਿਉਂਕਿ ਉਹਨਾਂ ਦੀ ਪੂਰਤੀ ਦਾ ਸਾਧਨ ਨਹੀਂ। ਜਿਹੜਾ ਫਰਾਇਡ ਸੀਗਾ ਜੀ, ਉਹਨੇ ਜਿਹੜੇ ਪਾਗਲ ਸਨ, ਉਹਨਾਂ ਦੇ ਪਾਗਲਖਾਨੇ ਵਿੱਚ ਜਾ ਕੇ ਨਾ ਜੀ ਉਹਨਾਂ ਦਾ ਅਧਿਐਨ ਕੀਤਾ ਉਹਨੇ, ਫਰਾਇਡ ਨੇ। ਉਹ ਹੈਰਾਨ ਹੋ ਗਿਆ ਇਸ ਚੀਜ਼ ਤੋਂ, ਕਹਿੰਦਾ ਵੀ ਬਹੁਤਾਤ ਦੇ ਅੰਦਰ ਇਹ ਲੋਕ ਜਿਹੜੇ ਪਾਗਲ ਹੋ ਗਏ ਨੇ, ਇਹਨਾਂ ਵਿੱਚੋਂ ਬਹੁਤੇ ਲੋਕ ਉਹ ਨੇ ਜਿਹੜੇ ਕਾਮ ਵਾਸ਼ਨਾ ਦੇ ਮਾਰੇ ਨੇ। ਉਹਨਾਂ ਦਾ ਮਨ ਜਿਹੜਾ ਇਸ ਵਿਕਾਰ ਕਰਕੇ ਕਹਿੰਦੇ ਅੰਦਰੋਂ ਆਪਣਾ ਸੰਤੁਲਨ ਖੋ ਚੁੱਕਾ ਹੈ, ਕਮਲੇ ਹੋ ਗਏ ਨੇ। ਇਹ ਵਿਕਾਰ ਜਿਹੜੇ ਮਨੁੱਖ ਦਾ ਮਨ ਇੱਕ ਥਾਂ ਤੇ ਟਿਕਣ ਨਹੀਂ ਦਿੰਦੇ। ਸੁਭਾਅ ਜਿਹੜਾ ਮਨੁੱਖ ਦਾ ਚਿੜਚਿੜਾ ਹੁੰਦਾ ਹੈ ਜਦੋਂ ਵਿਕਾਰਾਂ ਦੀ ਪੂਰਤੀ ਨਹੀਂ ਹੁੰਦੀ। ਜੋ ਸੱਤ ਹੈ ਉਹਨੇ ਸੱਤ ਹੀ ਰਹਿਣਾ, ਉਹਨੂੰ ਬਦਲਿਆ ਨਹੀਂ ਜਾ ਸਕਦਾ। ਤਾਂ ਵਿਕਾਰ ਬੰਦੇ ਨੂੰ ਫਿਰ ਅੰਦਰੋਂ ਰਿੜਕਦੇ ਨੇ। ਜਿਵੇਂ ਮਧਾਣੀ ਪਾਉਂਦੇ ਆ ਨਾ ਆਪਾਂ ਦਹੀਂ ਦੇ ਵਿੱਚ ਤੇ ਉਹਨੂੰ ਰਿੜਕੀਦਾ, ਤਾਂ ਕਾਮ ਪਵ ਸਮਾਧਾਣੀ। ਇਸੇ ਤਰ੍ਹਾਂ ਕਾਮਨਾਵਾਂ ਜਿਹੜੀਆਂ ਨੇ ਉਹ ਮਨੁੱਖ ਦੇ ਅੰਦਰ ਮਧਾਣੀ ਵਾਂਗੂ ਮਨੁੱਖ ਨੂੰ ਰਿੜਕਦੀਆਂ ਹਨ। ਤਾਤੇ ਬਿਖੈ ਭਈ ਮਤ ਪਾਵਸ, ਕਾਇਆ ਕਮਲ ਕੁਮਲਾਣਾ। ਫਿਰ ਭਗਤ ਜੀ ਕਹਿੰਦੇ ਮਨੁੱਖ ਦੀ ਜਿਹੜੀ ਮੱਤ ਹੈ ਨਾ, ਵਿਸ਼ੇ ਵਿਕਾਰਾਂ ਦੀ ਬਰਸਾਤ ਕਰਕੇ ਅੰਦਰੋਂ ਪਾਵਸ ਕਾਲੀ ਹੋ ਗਈ ਹੈ। ਪਾਵਸ ਵੈਸੇ ਬਰਸਾਤ ਨੂੰ ਵੀ ਕਹਿੰਦੇ ਨੇ, ਤੇ ਪਾਵਸ ਦਾ ਪਰ ਇੱਥੇ ਭਾਵ ਅਰਥ ਹੈ ਵੀ ਕਾਲੀ। ਵਿਸ਼ੇ ਵਿਕਾਰਾਂ ਕਰਕੇ ਇਹਦੀ ਮਤ ਯਾਨੀ ਬੁੱਧੀ ਜਿਹੜੀ ਪਾਵਸ ਕਾਲੀ ਹੋ ਗਈ। ਕਾਇਆ ਕਮਲ ਕੁਮਲਾਣਾ, ਇਹ ਸਰੀਰ ਰੂਪੀ ਕਮਲ ਜਿਹੜਾ ਜਵਾਨੀ ਵਿੱਚ ਖਿੜਿਆ ਰਹਿੰਦਾ ਸੀ, ਬੜਾ ਪ੍ਰਤਾਪ ਹੁੰਦਾ ਸੀ, ਚਿਹਰੇ ਉੱਪਰ ਬੜੀ ਤਾਕਤ ਹੁੰਦੀ ਸੀ, ਤੇ ਬੁਢੇਪੇ ਦੇ ਵਿੱਚ ਆ ਕੇ ਸਰੀਰ ਰੂਪੀ ਕਮਲ ਦਾ ਫੁੱਲ ਜਿਹੜਾ ਕੁਮਲਾ ਜਾਂਦਾ ਹੈ। ਉਹੀ ਜਿਹੜਾ ਸਰੂਪ ਬੜਾ ਸੋਹਣਾ ਲੱਗਦਾ ਸੀ, ਤੇ ਹੁਣ ਬੁਢੇਪੇ ਵਿੱਚ ਆ ਕੇ ਸੋਹਣਾ ਨਹੀਂ ਲੱਗਦਾ, ਉਹ ਚੰਗਾ ਨਹੀਂ ਲੱਗਦਾ। ਸਰੀਰ ਦਾ ਕਮਲ ਦਾ ਫੁੱਲ ਜਿਹੜਾ ਮੁਰਝਾ ਜਾਂਦਾ ਹੈ। ਅਵਗਤ ਬਾਣ ਛੋੜ ਮ੍ਰਿਤ ਮੰਡਲ, ਤੋ ਪਾਛੈ ਪਛਤਾਣਾ। ਅਵਗਤ ਜਿਹੜੀ ਬਾਣੀ ਇਹਦੀ ਗਤੀ ਕਰਨ ਵਾਲੀ ਸੀ, ਇਹਦਾ ਭਲਾ ਕਰਨ ਵਾਲੀ ਸੀ। ਬਾਣ ਛੋੜ, ਉਸ ਬਾਣੀ ਨੂੰ ਛੱਡ ਦਿੱਤਾ ਇਹਨੇ। ਮ੍ਰਿਤ ਮੰਡਲ, ਇਸ ਧਰਤੀ ਦੇ ਉੱਪਰ ਰਹਿੰਦਿਆਂ ਪਰਮੇਸ਼ਰ ਦੀ ਨਾਮ ਰੂਪੀ ਬਾਣੀ ਦਾ ਤਿਆਗ ਕਰ ਦਿੱਤਾ। ਕੀਰਤਨ ਸੁਣਨੋਂ ਗਿਆ, ਕਰਨਾ ਤਾਂ ਕੀ ਸੀ, ਕੀਰਤਨ ਸੁਣਨ ਤੋਂ ਵੀ ਗਿਆ। ਹਰ ਵਕਤ ਅੱਜ ਵੇਖੋ ਅਸੀਂ ਕੰਨਾਂ ਦੇ ਵਿੱਚ ਲਾ ਕੇ ਫੋਨ ਟੂਟੀਆਂ ਜੀਆਂ ਗਾਣੇ ਸਾਰਾ ਦਿਨ ਹੀ ਸੁਣਦੇ ਰਹਿੰਦੇ। ਅੱਜ ਦੀ ਨੌਜਵਾਨੀ ਕੀ ਕਰ ਰਹੀ ਹੈ ਸਭ ਨੂੰ ਪਤਾ ਹੈ। ਸੇਵਾ ਸਿਮਰਨ ਵਾਲੀ ਗੱਲ ਤਾਂ ਰਹਿ ਹੀ ਗਈ ਨਾ ਅੰਦਰੋਂ। ਜੈਸੇ ਘਰਾਂ ਦੇ ਵਿੱਚ ਜੈਸਾ ਮਾਹੌਲ ਬਣਿਆ ਹੋਇਆ,
ਜਦੋਂ ਹਰ ਵਕਤ ਟੀਵੀ ਵਿੱਚ ਗਾਣੇ ਚੱਲਣੇ ਨੇ ਤੇ ਫਿਰ ਕੀਰਤਨ ਵਾਲੀ ਗੱਲ ਉਹ ਵੀ ਅਸੀਂ ਰੱਬ ਨੂੰ ਖੁਸ਼ ਕਰਨ ਵਾਸਤੇ ਸਵੇਰੇ ਸ਼ਾਮ ਲਾ ਦਿੰਦੇ ਆ ਵੀ ਚਲੋ ਰੱਬ ਖੁਸ਼ ਰਹੇ, ਵੀ ਚਲੋ ਸ਼ਾਮ ਨੂੰ ਕੀਰਤਨ ਲਾ ਦਿੰਦੇ ਨੇ। ਇੱਦਾਂ ਤਾਂ ਨਹੀਂ ਨਾ ਗੱਲ ਬਣਨੀ। ਉਹ ਜਿਵੇਂ ਚੈਨਲਾਂ ਵਾਲੇ ਸਵੇਰੇ ਪਹਿਲਾਂ ਦਰਬਾਰ ਸਾਹਿਬ ਦਾ ਕੀਰਤਨ ਵਿਖਾਉਂਦੇ ਨੇ, ਮੁੜ ਕੇ ਸਾਰਾ ਦਿਨ ਲੱਚਰ ਚਲਾਉਂਦੇ ਨੇ ਵੀ ਤਾਂ ਕਿ ਰੱਬ ਖੁਸ਼ ਰਹੇ, ਵੀ ਚਲੋ ਘੱਟੋ ਘੱਟ ਮੇਰਾ ਨਾਮ ਤੇ ਵਿਖਾ ਹੀ ਰਹੇ ਨੇ ਦੁਨੀਆ ਨੂੰ। ਇਹ ਸਾਡੀ ਹਾਲਤ ਨਾ ਕੁਝ ਇੱਦਾਂ ਦੀ ਆ ਵੀ ਚੱਲ ਸ਼ਾਮ ਪੈ ਗਈ, ਇੱਕ ਆਖੇ ਜੀ ਨਾ ਜੀ ਅੱਜ ਵੀਰਵਾਰ ਹੈ ਜੀ, ਅੱਜ ਨਾ ਅਸੀਂ ਨਾ ਮਾਸ ਨਹੀਂ ਖਾਂਦੇ ਜੀ, ਇੱਕ ਕਵੇ ਜੀ ਮੰਗਲਵਾਰ ਅਸੀਂ ਜੀ ਮੰਗਲਵਾਰ ਨਹੀਂ ਖਾਂਦੇ। ਕਿਉਂ ਨਹੀਂ ਖਾਂਦੇ ਜੀ? ਜਦੋਂ 5 ਦਿਨ ਜਾਨਵਰ ਨਹੀਂ ਕੋਈ ਛੱਡਦੇ, ਫਿਰ ਇੱਕ ਦਿਨ ਵੀ ਖਾ ਲਓ, ਉਹਦੇ ਨਾਲ ਕਿਹੜਾ ਰੱਬ ਖੁਸ਼ ਨਹੀਂ ਹੋਣਗਾ ਜਾਂ ਰੱਬ ਰੁੱਸ ਜਾਏਗਾ? ਇਹ ਪਖੰਡ ਮਨੁੱਖ ਨੇ ਬਣਾਇਆ ਹੋਇਆ ਵੀ ਇੱਕ ਦਿਨ ਨਹੀਂ ਖਾਵਾਂਗਾ ਰੱਬ ਖੁਸ਼ ਰਹੇਗਾ, ਵੀ ਚਲੋ ਬੜਾ ਚੰਗਾ ਬੰਦਾ ਹੈ, ਵੀ ਵਿਚਾਰਾ ਮੰਗਲਵਾਰ ਨਹੀਂ ਖਾਂਦਾ, ਬਾਕੀ ਦਿਨ ਛੱਡਦਾ ਕੁਝ ਨਹੀਂ। ਇਹ ਤਾਂ ਸਿਰਫ ਬਹਾਨੇ ਨੇ। ਇੱਥੇ ਤਾਂ ਚਲੋ ਅਸੀਂ ਮਰਜ਼ੀ ਕਰੀ ਜਾਂਦੇ ਹਾਂ ਜੋ ਸਾਡੇ ਚਿੱਤ ਵਿੱਚ ਆਉਂਦਾ ਹੈ। ਜਦੋਂ ਫਿਰ ਉਹਦੇ ਹੁਕਮ ਦੀ ਡਾਂਗ ਫਿਰਦੀ ਹੈ ਨਾ, ਫਿਰ ਬੰਦਾ ਬੜਾ ਔਖਾ ਜਿਹਾ ਹੁੰਦਾ ਹੈ। ਫਿਰ ਉਸ ਵਕਤ ਸਾਡੇ ਕੋਲੋਂ ਸਾਰਾ ਕੁਝ ਸਹਾਰਿਆ ਨਹੀਂ ਜਾਂਦਾ। ਫਿਰ ਦੁੱਖ ਦੇ ਵਿੱਚ ਆ ਕੇ ਕੁਰਲਾਉਂਦੇ ਹਾਂ, ਫਿਰ ਕਹਿੰਦੇ ਹਾਂ ਜੀ ਮੈਂ ਕੀ ਕੀਤਾ। ਫਿਰ ਅਸੀਂ ਕਹਿੰਦੇ ਹਾਂ ਵੀ ਮੈਂ ਕੀਤਾ ਕੀ ਹੈ? ਜੋ ਕੀਤਾ ਹੁੰਦਾ ਉਹ ਭੁੱਲ ਜਾਂਦਾ ਸਾਨੂੰ, ਉਹ ਯਾਦ ਨਹੀਂ ਰਹਿੰਦਾ। ਇਸ ਕਰਕੇ ਭਗਤ ਜੀ ਸਮਝਾਉਂਦੇ ਨੇ ਕਿ ਅਵਗਤ ਬਾਣ ਛੋੜ ਮ੍ਰਿਤ ਮੰਡਲ, ਇਸ ਮਾਤਲੁਕ ਦੀ ਧਰਤੀ ਤੇ ਭਲਾ ਕਰਨ ਵਾਲੀ ਜਿਹੜੀ ਸਤਿਗੁਰਾਂ ਦੀ ਬਾਣੀ ਹੈ, ਉਸ ਬਾਣੀ ਨੂੰ ਛੱਡ ਕੇ ਫਿਰ ਜਦੋਂ ਸਰੀਰ ਛੱਡ ਕੇ ਜਾਂਦਾ ਤਉ ਪਾਛੈ ਪਛਤਾਣਾ, ਫਿਰ ਬਾਅਦ ਵਿੱਚ ਪਛਤਾਉਂਦਾ ਕਿ ਮਨਾ ਮੈਂ ਤਾਂ ਐਵੇਂ ਹੀ ਵਿਸ਼ੇ ਵਿਕਾਰਾਂ ਵਿੱਚ ਸਾਰੀ ਜ਼ਿੰਦਗੀ ਲੰਘਾ ਦਿੱਤੀ। ਜਦੋਂ ਜਾਗ ਆਉਂਦੀ ਹੈ ਨਾ ਜੀ, ਸਰੀਰ ਛੁੱਟਣ ਤੋਂ ਬਾਅਦ ਮਨ ਆਤਮਾ ਜਾਗਦੀ ਹੈ ਸੁਪਨੇ ਤੋਂ, ਸੰਸਾਰ ਦੇ ਸੁਪਨੇ ਤੋਂ। ਇੱਦਾਂ ਮਹਿਸੂਸ ਹੁੰਦਾ ਹੈ। ਇਸ ਚੀਜ਼ ਨੂੰ ਤੁਸੀਂ ਚਿੰਤਨ ਕਰਕੇ ਵੇਖ ਲੈਣਾ, ਕਿਉਂਕਿ ਗੱਲ ਤਾਂ ਸਾਰੀ ਚਿੰਤਨ ਦੀ ਹੈ। ਇੱਦਾਂ ਮਹਿਸੂਸ ਹੁੰਦਾ ਹੈ ਵੀ ਜੈਸੇ ਮੈਂ ਹੁਣੇ ਸੁੱਤਾ ਸੀ, ਸੁਪਨਾ ਵੇਖ ਕੇ ਉੱਠਿਆ ਆ। ਤਾਂ ਮਹਾਰਾਜ ਨੇ ਬਾਣੀ ਵਿੱਚ ਆਖਿਆ ਜੀ ਜੋ ਸੁਪਨਾ ਯਾਰ ਵੇਖਣਾ, ਜਿਵੇਂ ਆਪਾਂ ਸੁਪਨਾ ਵੇਖਦੇ ਆ ਨਾ, ਇੱਦਾਂ ਹੀ ਸੰਸਾਰ ਹੈ। ਇਹ ਸੰਸਾਰ ਦਾ ਸੁਪਨਾ ਵੇਖ ਰਹੇ ਆ। ਜਦੋਂ ਤੁਸੀਂ ਚਿੰਤਨ ਕਰੋਗੇ ਨਾ, ਤੁਹਾਨੂੰ ਇੱਦਾਂ ਮਹਿਸੂਸ ਹੋਵੇਗਾ ਵੀ ਮੈਂ ਤਾਂ ਸੰਸਾਰ ਦਾ ਬਸ ਸੁਪਨਾ ਹੀ ਵੇਖ ਰਿਹਾ ਸੀ, ਹੁਣੇ ਹੀ ਸੁੱਤਾ ਸੀ ਉੱਠ ਪਿਆ, ਮੈਂ ਤਾਂ ਸੁਪਨਾ ਵੇਖਿਆ। ਇੱਦਾਂ ਫਿਰ ਮਹਿਸੂਸ ਹੁੰਦਾ। ਮਹਾਰਾਜ ਕਹਿੰਦੇ ਜਦੋਂ ਫਿਰ ਸੰਸਾਰ ਦਾ ਸੁਪਨਾ ਟੁੱਟਦਾ ਹੈ, ਫਿਰ ਬਾਅਦ ਵਿੱਚ ਪਿੱਛੋਂ ਪਛਤਾਉਂਦਾ ਹੈ। ਉਦੋਂ ਸਮਾਂ ਨਿਕਲ ਜਾਂਦਾ, ਫਿਰ ਹੱਥ ਕੁਝ ਨਹੀਂ ਰਹਿੰਦਾ। ਨਿਕੋਟੀ ਦੇਹ ਦੇਖ ਤਨ ਉਪਜੈ, ਮਾਨ ਕਰਤ ਨਹੀਂ ਬੂਝੈ। ਨਿਕੁੱਟੀ ਦਾ ਭਾਵ ਹੈ ਛੋਟੀ ਜੀ ਦੇਹ ਵੇਖ ਕੇ ਨਾ ਬੜਾ ਖੁਸ਼ ਹੁੰਦਾ। ਨਿਕੁੱਟੀ ਛੋਟੀ ਦੇਹ ਕਿਹਦੀ? ਪੁੱਤ ਪੋਤਰਿਆਂ ਦੀ। ਪੋਤਰੇ ਆਉਂਦੇ ਨਾ, ਸਰੀਰ ਕਰਕੇ ਛੋਟੇ ਹੁੰਦੇ ਨੇ, ਪੋਤਰੇ ਹੁੰਦੇ ਨੇ, ਦੋਤੇ ਹੁੰਦੇ ਨੇ, ਵੇਖ ਵੇਖ ਕੇ ਬੜਾ ਹੀ ਖੁਸ਼ ਹੁੰਦਾ। ਧੁਨ ਉਪਜੈ, ਅੰਦਰੋਂ ਧੁਨ ਪੈਦਾ ਹੁੰਦੀ ਹੈ, ਆਵਾਜ਼ਾਂ ਮਾਰਦਾ ਵੀ ਆਓ ਮੇਰੇ ਕੋਲ ਬੈਠੋ। ਮਾਨ ਕਰਤ, ਆਪ ਤਾਂ ਮਾਣ ਬੜਾ ਕਰਦਾ ਉਹਨਾਂ ਤੇ ਵੀ ਮੇਰੇ ਆਪਣੇ ਨੇ। ਨਹੀਂ ਬੂਝਾ, ਉਹ ਨਹੀਂ ਕੁਝ ਸਮਝਦੇ ਅੱਗੋਂ। ਜਿਵੇਂ ਭਾਵਰਸ ਅੰਮ੍ਰਿਤ ਗ੍ਰੰਥ ਦੇ ਅੰਦਰ ਸੰਤ ਗੁਲਾਬ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਤਾਂ ਮੈਂ ਜਵਾਨੀ ਦੀ ਅਵਸਥਾ ਵਿੱਚ ਸੀ, ਉਦੋਂ ਤਾਂ ਸੰਸਾਰ ਦੇ ਸਾਰੇ ਰਿਸ਼ਤੇ ਮਿੱਠੇ ਸਨ, ਜਠਰ ਦੇ ਵਿੱਚ ਆ ਕੇ ਸਾਰੇ ਖਾਰੇ ਹੋ ਗਏ ਨੇ। ਤੇ ਸੰਤ ਜੀ ਕਹਿੰਦੇ ਮੈਨੂੰ ਪਤਾ ਕੀ ਕਹਿੰਦੇ, ਬਾਬਾ ਤੂੰ ਹਊਆ ਹੈ। ਹੁਣ ਕਹਿੰਦੇ ਮੈਨੂੰ ਹਊਆ ਸਮਝਦੇ ਨੇ, ਮੈਂ ਹੁਣ ਹਊਆ ਲੱਗਣ ਲੱਗ ਪਿਆ। ਪਹਿਲਾਂ ਤਾਂ ਮੈਂ ਇਹਨਾਂ ਦਾ ਪਿਤਾ ਦਾਦਾ ਹੁੰਦਾ ਸੀ, ਜਦੋਂ ਮੈਂ ਥੋੜਾ ਜਿਹਾ ਸਰੀਰ ਕਰਕੇ ਠੀਕ ਹੁੰਦਾ ਸੀ। ਹੁਣ ਜਦੋਂ ਬਜ਼ੁਰਗ ਹੋ ਗਿਆ, ਹੁਣ ਆਪਾਂ ਹਊਆ ਬਣ ਗਏ। ਕਹਿੰਦੇ ਮੈਂ ਕੋਈ ਗੱਲ ਆਖਾਂ? ਕਹਿੰਦੇ ਜਾ ਆਪਣੀ ਸੋਟੀ ਜੀ ਲੈ ਕੇ ਦਰਵਾਜ਼ੇ ਮੂਹਰੇ ਬਹਿ ਜਾ, ਰਖਵਾਲੀ ਕਰਿਆ ਕਰ ਘਰ ਦੀ, ਸਾਡੇ ਕੰਮ ਵਿੱਚ ਤੂੰ ਦਖਲ ਨਹੀਂ ਦੇਣਾ। ਕਹਿੰਦੇ ਹੇ ਭਗਵਾਨ ਦੇਖੋ ਕੈਸੀ ਦਸ਼ਾ ਬਣਾ ਦਿੱਤੀ ਮੇਰੀ। ਮੈਂ ਤਾਂ ਉਹੀ ਮਨੁੱਖ ਹਾਂ ਜਿਹਨੇ ਘਰ ਬਣਾਇਆ, ਮੈਂ ਘਰ ਦਾ ਮਾਲਕ, ਮੈਨੂੰ ਚੌਂਕੀਦਾਰ ਬਣਾ ਦਿੱਤਾ ਇਹਨਾਂ ਨੇ। ਜਦੋਂ ਕਮਾਉਂਦਾ ਸੀ ਉਦੋਂ ਘਰ ਦਾ ਮਾਲਕ ਸੀ, ਉਦੋਂ ਮੈਂ ਸਾਰਿਆਂ ਦਾ ਸੀ, ਅੱਜ ਮੈਨੂੰ ਕੋਈ ਰੱਖਣ ਲਈ ਤਿਆਰ ਨਹੀਂ। ਹੁੰਦਾ ਹੈ ਨਾ ਜੀ ਬਜ਼ੁਰਗੀ ਅਵਸਥਾ ਦੇ ਵਿੱਚ, ਉਹ ਪੁੱਤਰ ਹੀ ਆਪਸ ਵਿੱਚ ਕਹਿੰਦੇ, ਕੋਈ ਕਹਿੰਦਾ ਜੀ ਤੂੰ ਰੱਖ, ਕੋਈ ਕਹਿੰਦਾ ਜੀ ਤੂੰ ਰੱਖ।
ਜਿਸ ਇੱਕ ਮਾਤਾ ਪਿਤਾ ਨੇ, ਇੱਕ ਦੰਪਤ ਜੋੜੇ ਨੇ 2-3 ਪੁੱਤਰ ਪਾਲੇ ਹੁੰਦੇ ਨੇ, ਉਹ 3 ਰਲ ਕੇ ਇੱਕ ਨੂੰ ਨਹੀਂ ਪਾਲ ਸਕਦੇ। ਫਿਰ ਮਾਂ ਕਿਸੇ ਘਰ ਰਹਿੰਦੀ ਹੁੰਦੀ ਹੈ, ਪਿਓ ਕਿਸੇ ਘਰ ਦੇ ਵਿੱਚ ਰਹਿੰਦਾ ਹੁੰਦਾ ਹੈ, ਇੱਦਾਂ ਹੀ ਹੈ। ਨਹੀਂ ਤਾਂ ਦੱਸੋ, ਉਦੋਂ ਫਿਰ ਕੋਈ ਵੀ ਰੱਖਣ ਨੂੰ ਤਿਆਰ ਨਹੀਂ। ਇੱਦਾਂ ਦੇ ਵੀ ਵੇਖੇ ਦਿਨ ਵੰਡੇ ਵੀ, ਅੱਜ ਮਾਤਾ ਪਿਤਾ 1 ਮਹੀਨਾ ਸਾਡੇ ਘਰ, 1 ਮਹੀਨਾ ਉਹ ਦੂਜੇ ਦੇ ਘਰ, 1 ਮਹੀਨਾ ਤੀਜੇ ਦੇ ਘਰ, ਵੀ ਸਾਡੇ ਕੋਲੋਂ ਰੋਜ਼ ਨਹੀਂ ਰੱਖਿਆ ਜਾਂਦਾ। ਜਿਨ੍ਹਾਂ ਨੇ ਕਈ ਰੱਖੇ ਨੇ, 3 ਪੁੱਤਰ ਪਾਲੇ, ਕਿਸੇ 4 ਪਾਲੇ, ਕਿਸੇ 5 ਪਾਲੇ, ਉਹ 5 ਦੋਵਾਂ ਨੂੰ ਨਹੀਂ ਪਾਲ ਸਕਦੇ। ਭਗਤ ਜੀ ਕਹਿੰਦੇ ਨਿਕਟੀ ਦੇਹ ਦੇਖ ਧੁਨ ਉਪਜੈ। ਪੁੱਤ ਪੋਤਰਿਆਂ ਦੀ ਛੋਟੀ ਜੀ ਦੇਹੀ ਦੇਖ ਕੇ ਨਾ ਅੰਦਰੋਂ ਧੁਨ ਪੈਦਾ ਹੁੰਦੀ ਵੀ ਮੇਰੇ ਪੁੱਤ ਪੋਤਰੇ ਨੇ। ਮਾਨ ਕਰਤ, ਇਹ ਤਾਂ ਮਾਣ ਕਰਦਾ ਨਹੀਂ ਬੂਝੈ, ਪਰ ਉਹ ਨਹੀਂ ਸਮਝਦੇ। ਉਹ ਸੋਚਦੇ ਵੀ ਹੁਣ ਬੁੱਢਾ ਠੋਰਾ ਹੋ ਗਿਆ, ਵੀ ਹੁਣ ਇਹ ਬਾਬਾ ਹਊਆ ਬਣ ਗਿਆ, ਤਾਂ ਉਹ ਮਾਣ ਕਰਦੇ ਨੇ, ਤਾਂ ਫਿਰ ਬੱਚੇ ਸਮਝਦੇ ਨਹੀਂ ਹਨ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨ ਸੂਝੈ। ਭਗਤ ਜੀ ਕਹਿੰਦੇ ਨੇਤਰਾਂ ਨਾਲ ਹੁਣ ਕੁਝ ਨਹੀਂ ਸੁਝਦਾ, ਕੁਝ ਨਹੀਂ ਦਿਖਾਈ ਦਿੰਦਾ। ਅਜੇ ਵੀ ਮਨ ਦੇ ਅੰਦਰ ਜੀਵਨ ਪਦਵੀ ਦਾ ਲਾਲਚ ਕਰਦਾ ਵੀ ਹੋਰ ਜੀ ਲਵਾਂ, ਹੋਰ ਜੀ ਲਵਾਂ। ਮਸ਼ਕੀਨ ਜੀ ਸੁਣਾਉਂਦੇ ਸਨ, ਕਹਿੰਦੇ ਕਥਾ ਕਰਕੇ ਹਟਿਆ, ਇੱਕ ਮਾਤਾ ਆ ਗਈ 90-95 ਸਾਲ ਦੀ, ਤੇ ਨਾਲ ਉਹਦੇ ਪੋਤਰਾ ਨਹੀਂ ਸੀ, ਪੜਪੋਤਰਾ ਸੀ। ਆਖੇ ਬਾਬਾ ਜੀ ਅਰਦਾਸ ਕਰ ਦਿਓ। ਮਾਤਾ ਕੀ ਅਰਦਾਸ ਕਰਾਉਣੀ? ਕੋਈ ਦੇਹ ਰੋਗਤਾ ਦੀ ਅਰਦਾਸ ਕਰਾਉਣੀ? ਕਾਹਦੀ? ਆ ਨਹੀਂ, ਮੈਂ ਪੜਪੋਤਰੇ ਦਾ ਵਿਆਹ ਵੇਖ ਲਵਾਂ। ਕਹਿੰਦੇ ਇੰਨੇ ਵੇਖ ਕੇ ਨਹੀਂ ਰੱਜੀ, ਹੁਣ ਪੜਪੋਤਰੇ ਦੇ ਵਿਆਹ ਨੂੰ ਵੇਖਣ ਦੀ ਲਾਲਸਾ ਹੈ ਤੇਰੇ ਅੰਦਰ। ਵੀ ਪਹਿਲਾਂ ਬਚਪਨ ਹੋਵੇਗਾ, ਕਈਆਂ ਦਾ ਵੇਖਿਆ ਹੋਵੇਗਾ ਵਿਆਹ, ਫਿਰ ਆਪਣਾ ਹੋਇਆ ਹੋਣਾ, ਫਿਰ ਪੁੱਤਰ ਵਿਆਹੇ, ਫਿਰ ਪੋਤਰਾ ਵੀ ਵਿਆਹ ਲਿਆ, ਤੇ ਪੜਪੋਤਰਾ ਕਿੰਨੇ ਦਾ? ਕਹਿੰਦੇ 5-7 ਸਾਲ ਦਾ ਨਾਲ ਸੀ, ਵੀ ਇਹ ਵੀ ਵਿਆਹਿਆ ਜਾਏ। ਕਹਿੰਦੇ ਮਾਤਾ ਹੁਣ ਇਹਦਾ ਭਾਵ ਵੀ ਰੱਬ ਤੈਨੂੰ 20-25 ਸਾਲ ਹੋਰ ਦੇਵੇ ਜੀਵਨ ਵਾਸਤੇ, ਇਹੀ ਚਾਹੁੰਦੀ ਹੈ ਵੀ ਹੋਰ ਜੀ ਲਵਾਂ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਨੇਤਰਾਂ ਨਾਲ ਦਿਖਦਾ ਨਹੀਂ, ਅਜੇ ਵੀ ਲਾਲਚ ਕਰਦਾ ਵੀ ਮੈਨੂੰ ਹੋਰ ਜੀਵਨ ਪ੍ਰਾਪਤ ਹੋ ਜਾਏ, ਮਰਨਾ ਨਹੀਂ ਚਾਹੁੰਦਾ। ਲੋਚਨ ਕਛੂ ਨਾ ਸੂਝੈ, ਇਹਦਾ ਦੂਜਾ ਭਾਵ ਅਰਥ ਹੈ ਕਿ ਇਹਨੂੰ ਅੱਖਾਂ ਨਾਲ ਕੁਝ ਦਿਖਾਈ ਨਹੀਂ ਦੇ ਰਿਹਾ, ਅੱਗਾ ਨਹੀਂ ਦਿਖਾਈ ਦੇ ਰਿਹਾ, ਅਜੇ ਵੀ ਲਾਲਚ ਕਰਦਾ ਵੀ ਮੈਂ ਹੋਰ ਜੀ ਲਵਾਂ। ਥਾਕਾ ਤੇਜ ਉੱਡਿਆ ਮਨ ਪੰਖੀ, ਕਰ ਆਂਗਨ ਨਾ ਸੁਖਾਈ। ਭਗਤ ਜੀ ਕਹਿੰਦੇ ਉਹ ਸਮਾਂ ਆ ਗਿਆ ਜਦੋਂ ਸਰੀਰ ਦੀ ਜਠਰ ਅਗਨੀ ਥੱਕ ਗਈ। ਥਾਕਾ ਤੇਜ, ਜਿਸ ਜਠਰ ਅਗਨੀ ਨਾਲ ਭੋਜਨ ਪੱਕਦਾ ਹੈ ਨਾ, ਅੰਦਰੋਂ ਸਾਡਾ ਭੋਜਨ ਹਜਮ ਹੁੰਦਾ ਹੈ, ਉਹ ਅਗਨ ਨਾ ਠੰਡੀ ਹੋ ਗਈ। ਸਰੀਰ ਤਾਂ ਹੀ ਤਾਂ ਠੰਡਾ ਹੁੰਦਾ, ਜਦੋਂ ਸਰੀਰ ਤਿਆਗਦਾ ਨਾ ਬੰਦਾ, ਠੰਡਾ ਹੋ ਜਾਂਦਾ ਸਰੀਰ। ਉਹ ਜਠਰ ਅਗਨੀ ਜਿਹੜੀ ਹੁੰਦੀ ਹੈ ਉਹ ਸ਼ਾਂਤ ਹੋ ਜਾਂਦੀ ਹੈ। ਜਦੋਂ ਪ੍ਰਾਣ ਸਾਧ ਸੰਗਤ ਜੀ ਪੰਖੇਰੂ ਲਾ ਕੇ ਉੱਡ ਜਾਂਦੇ ਨੇ, ਇੱਧਰ ਪ੍ਰਾਣ ਨਿਕਲਦੇ, ਉੱਧਰ ਜਠਰ ਅਗਨੀ ਜਿਹੜੀ ਬਿਲਕੁਲ ਅੰਦਰੋਂ ਸ਼ਾਂਤ ਹੋ ਜਾਂਦੀ। ਥਾਕਾ ਤੇਜ ਉੱਡਿਆ ਮਨ ਪੰਖੀ, ਮਨ ਰੂਪੀ ਜਿਹੜਾ ਪੰਛੀ ਹੈ ਉਹ ਪ੍ਰਾਣਾਂ ਦੇ ਖੰਭ ਲਾ ਕੇ ਉਡਾਰੀ ਮਾਰ ਜਾਂਦਾ ਹੈ। ਤਾਂ ਫਿਰ ਕਹਿੰਦੇ ਘਰ ਆਂਗਨ ਨਾ ਸੁਖਾਈ, ਆਂਗਨ ਨਾਮ ਵਿਹੜੇ ਦਾ। ਹੁਣ ਘਰ ਦੇ ਵਿਹੜੇ ਵਿੱਚ ਪਿਆ ਕਿਸੇ ਨੂੰ ਚੰਗਾ ਨਹੀਂ ਲੱਗਦਾ, ਵੀ ਛੇਤੀ ਕਰੋ ਭਾਈ, ਚਲੋ ਚੱਲ ਕੇ ਸੰਸਕਾਰ ਕਰ ਆਈਏ। ਜਿਸ ਘਰ ਵਿੱਚ ਰਹਿੰਦਾ, ਜਿਸ ਘਰ ਨੂੰ ਬਣਾਇਆ, ਹੁਣ ਉਸੇ ਘਰ ਵਿੱਚ ਹੀ ਚੰਗਾ ਨਹੀਂ ਲੱਗਦਾ। ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤੋਂ ਭੂਤ ਕਰ ਭਾਗੀ। ਭੂਤ ਬਣ ਗਿਆ ਜੀ ਇਹ, ਹੁਣ ਛੇਤੀ ਕੱਢੋ। ਆਉਂਦੇ ਨੇ ਕਈ ਅਰਦਾਸ ਕਰਨ ਵਾਸਤੇ, ਜਦੋਂ ਚੜ੍ਹਾਈ ਕਰ ਜਾਂਦਾ ਉਦੋਂ ਤਾਂ ਕਹਿੰਦੇ ਜੀ ਵਾਪਸ ਆ ਜਾ, ਤੇ ਥੋੜ੍ਹੇ ਦਿਨਾਂ ਬਾਅਦ ਕਹਿੰਦੇ ਜੀ, ਕਈ ਆ ਕੇ ਅਰਦਾਸ ਕਰਾਉਂਦੇ ਵੀ ਬਾਬਾ ਜੀ ਵਾਪਸ ਆ ਗਏ, ਅਰਦਾਸ ਕਰਦੇ, ਮੁਕਤੀ ਨਹੀਂ ਹੋਈ, ਤੰਗ ਕਰਦੇ ਬੜਾ ਕੇ। ਵੀ ਭਾਈ ਤੁਸੀਂ ਆਪੇ ਹੀ ਰੌਲਾ ਪਾਉਂਦੇ ਸੀ ਵੀ ਆ ਜਾ ਵਾਪਸ, ਹੁਣ ਜੇ ਆ ਗਿਆ ਤੇ ਹੁਣ ਦਿੱਕਤ ਕੀ ਹੋ ਗਈ ਹੈ? ਇਹ ਮਨ ਦੇ ਭਰਮ ਜਿਹੜੇ ਨੇ ਮਨੁੱਖਤਾ ਨੇ ਪਾਲੇ ਹੋਏ ਨੇ। ਇਸ ਕਰਕੇ ਘਰ ਆਂਗਨ ਨਾ ਸੁਖਾਈ, ਘਰ ਦੇ ਵਿਹੜੇ ਵਿੱਚ ਚੰਗਾ ਨਹੀਂ ਲੱਗਦਾ। ਗੁਰੂ ਕਲਗੀਧਰ ਜੀ ਲਿਖਦੇ ਨੇ, ਆਇਸ ਦੇ ਹੈ ਬੇਗ ਨਕਾਰੋ, ਆਗਿਆ ਦਿੰਦੇ ਵੀ ਛੇਤੀ ਕੱਢੋ ਘਰੋਂ ਇਹਨੂੰ, ਜਾਓ ਜਾ ਕੇ ਸੰਸਕਾਰ ਕਰਾਓ। ਇੱਕ ਪਲ ਵਾਸਤੇ ਰੱਖਣ ਲਈ ਤਿਆਰ ਨਹੀਂ ਹੁੰਦੇ। ਦੇਖੋ ਸਰੀਰ ਜਦੋਂ ਕਿਸੇ ਨੇ ਤਿਆਗਿਆ ਹੈ ਤਾਂ ਮਰਿਆਦਾ ਹੈ ਵੀ ਉਹਨੂੰ ਘਰੋਂ ਲਿਜਾ ਕੇ ਦੇਹ ਨੂੰ ਜਿਹੜਾ ਅਗਨ ਭੇਟ ਕਰਨਾ ਹੀ ਪੈਂਦਾ। ਪਰ ਇੱਕ ਵਿਰਾਗਮਈ ਜਿਹੜਾ ਉਪਦੇਸ਼ ਭਗਤ ਜੀ ਦੇ ਰਹੇ ਨੇ
ਵੀ ਜਿਨ੍ਹਾਂ ਤੇ ਮਾਣ ਕਰਦਾ ਸੀ ਉਹਨਾਂ ਨੂੰ ਘਰ ਦੇ ਵਿੱਚ ਵਿਹੜੇ ਵਿੱਚ ਪਿਆ ਤੂੰ ਹੁਣ ਚੰਗਾ ਨਹੀਂ ਲੱਗਦਾ। ਬੇਣੀ ਕਹੈ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ। ਭਗਤ ਬੇਣੀ ਜੀ ਕਹਿੰਦੇ ਭਗਤ ਜਨੋ ਸੁਣੋ, ਮਰ ਕੇ ਕਿਹਨੇ ਮੁਕਤੀ ਪ੍ਰਾਪਤ ਕੀਤੀ? ਮਰਿਆ ਨਹੀਂ ਕਿਸੇ ਨੂੰ ਮੁਕਤੀ ਮਿਲਦੀ। ਬੰਦਾ ਸੋਚਦਾ ਮਰ ਜਾਵਾਂਗੇ ਇੱਕ ਦਿਨ ਮੁਕਤ ਹੋ ਜਾਵਾਂਗੇ, ਨਹੀਂ, ਮਰਨ ਤੋਂ ਬਾਅਦ ਤਾਂ ਫਿਰ ਅਗਲੇ ਬੰਧਨ ਪੈ ਜਾਂਦੇ ਨੇ। ਜਿਹੜੇ ਕਰਮ ਅਸੀਂ ਇੱਥੇ ਕੀਤੇ ਹੁੰਦੇ ਨੇ ਫਿਰ ਉਹਦਾ ਅਗਲਾ ਬੰਧਨ ਪੈ ਜਾਂਦਾ, ਵਾਸ਼ਨਾਵਾਂ ਦਾ ਬੰਧਨ ਪੈ ਜਾਂਦਾ। ਫਿਰ ਮਨੁੱਖ ਇਹ ਜੀਵ ਆਤਮਾ ਜਿਹੜੀ ਅਗਲੀ ਯਾਤਰਾ ਨੂੰ ਤੁਰ ਪੈਂਦੀ ਹੈ। ਜਿਹੜੀ ਮੁਕਤੀ ਆ ਉਹ ਤਾਂ ਜੀਵਤ ਜੀ ਹੀ ਪ੍ਰਾਪਤ ਹੁੰਦੀ ਹੈ ਜਦੋਂ ਕੋਈ ਮਨੁੱਖ ਵਾਸ਼ਨਾਵਾਂ ਤੋਂ, ਮਾਇਆ ਦੇ ਬੰਧਨ ਤੋਂ ਮਨ ਨੂੰ ਮੁਕਤ ਕਰ ਲੈਂਦਾ ਹੈ, ਉਹੀ ਮੁਕਤ ਕਹਾਉਂਦਾ ਹੈ। ਜੇ ਜਿਉਂਦੇ ਜੀ ਵਾਸ਼ਨਾਵਾਂ ਦੇ ਬੰਧਨ ਵਿੱਚ ਪਵਾਂਗੇ, ਸਰੀਰ ਤਾਂ ਇਹਦੇ ਤੋਂ ਮੁਕਤ ਤਾਂ ਹੋ ਗਏ ਆਪਾਂ, ਪਰ ਮਨ ਸਾਡਾ ਜਿਹੜਾ ਉਹ ਵਾਸ਼ਨਾਵਾਂ ਤੋਂ ਅਜੇ ਮੁਕਤ ਨਹੀਂ ਹੋ ਸਕਿਆ। ਹੁਣ ਉਹ ਵਾਸ਼ਨਾਵਾਂ ਅੱਗੇ ਚੱਲ ਪਈਆਂ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨਾ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੈ ਜਾਏ। ਇਹ ਮਨ ਵਾਸ਼ਨਾ ਦਾ ਬੰਨਿਆ ਕਦੇ ਜੰਮਦਾ ਤੇ ਕਦੇ ਮਰਦਾ ਹੈ। ਤੋ ਇੱਥੇ ਭਗਤ ਬੇਣੀ ਜੀ ਦੇ ਸ਼ਬਦ ਦੀ ਸੰਪੂਰਨਤਾ ਹੈ। ਸ੍ਰੀ ਰਾਗ ਦੀ ਭਗਤ ਬਾਣੀ ਵਿੱਚ ਇੱਕ ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਉਹਦੇ ਵਿਚਾਰ ਆਪਾਂ ਕੱਲ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਸਤਿਗੁਰਾਂ ਦੀ ਪਾਵਨ ਅੰਮ੍ਰਿਤ ਬਾਣੀ ਦੀ ਕਥਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਆਓ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਦੀ ਪ੍ਰਾਪਤੀ ਕਰੀਏ ਜੀ। ਥਾਕਾ ਤੇਜ ਉੱਡਿਆ ਮਨ ਪੰਖੀ ਕਰ ਆਂਗਨ ਨਾ ਸੁਖਾਈ। ਬੇਣੀ ਕਹੈ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।